सतनाम वाहिगुरु साहिब जी। किरपा करो दीन के दाते, मेरा गुण अवगण ना विचारो कोई। माटी का क्या तो पै स्वामी, मानस की गते ही। तो मैं आया सरनी आया, भरोसे आया किरपा आया। ज्यों पावै त्यों राखो स्वामी, मार्ग गुरहे पठाया। हर के नाम कबीर उजागर, जन्म जन्म के काटे कागर। संतन संग कबीरा बिगड़ियो, सो कबीर रामै होए निबरियो। ना हम किया ना करेंगे, ना कर सकै शरीर। क्या जानो किश हर किया, पयो कबीर कबीर। गोबिंद 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 संग, नाम दियो मन लीना। आठ धाम को शीपरो, होयो लाखीणा। बुनना तनना त्याग कै, प्रीत चरण कबीरा। नीच कुला जो लाहरा, पयो गुनी गहीरा। बेसुमार अथाह अगनत अतुल्य, जो बुलावो त्यो नानक दास बोले। सतनाम वाहिगुरु साहिब जी। श्लोक भगत कबीर जियो के, एक ओंकार सतगुर प्रसाद। कबीर मेरी सिमरनी, रसना ऊपर राम। आदि जुगादि सगल भगत, ताको सुख विश्राम। कबीर मेरी सिमरनी, रसना ऊपर राम। आदि जुगादि सगल भगत, ताको सुख विश्राम। कबीर मेरी जात को, सबको हंसने हार। बलिहारी सजात को, देह जप्यो सिरजनहार। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, दयानिध कृपानिध सतगुरु श्री गुरु ग्रंथ साहिब जी दीन दयाल पातशाह
तिन्हां दी अपार मेहरामत है, अथाह बख्शिश है, अपार तरस है, बेअंत नदर है सतगुरु की। जो सतगुरु साहिब जी ने सानू सब नू अपनी पावन पवित्र हजूरी दे विच सतसंगत रूप विच जुड़ बैठ के अमृतमई बाणी दे अभ्यास नाल कीर्तन रूप दे विच शब्द विचार रूप दे विच जुड़न दा अवसर बख्शिश करके नवाजिश कीती है जी। सतगुरु की रहमत नूं आप जी बाणी दा कीर्तन श्रवण करके मानण दा प्राप्त करन दा यतन कर रहे सी। पावन गुरबाणी दे विच फरमान है सतगुरु साहिब जी दा, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਕਿ ਜਦੋਂ ਗੁਰਸਿੱਖ ਦਾ ਮਨ ਬੁੱਧ ਸੁਰਤ ਗੁਰੂ ਸ਼ਬਦ ਦੇ ਨਾਲ ਵਿਧਿਆ ਜਾਏ, ਜਦੋਂ ਉਹਦੇ ਜੀਵਨ ਵਿੱਚ ਨਾਮ ਰਸ ਦੀ ਅਭਿਆਸ ਬਣਨਾ ਸ਼ੁਰੂ ਹੋ ਜਾਏ, ਤਾਂ ਫਿਰ ਗੁਰਸਿੱਖ ਜਦੋਂ ਬੰਦਗੀ ਦਾ ਕਰਮ ਕਰਦਾ ਹੈ ਤਾਂ ਉਹਨੂੰ ਬਾਣੀ ਪੜ੍ਹਨੀ ਇਸ ਪ੍ਰਕਾਰ, ਗੁਰੂ ਕੀ ਬਾਣੀ ਦਾ ਅਭਿਆਸ ਕਰਨਾ ਇਸ ਪ੍ਰਕਾਰ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬੂੰਦ ਬੂੰਦ ਕਰਕੇ ਅੰਮ੍ਰਿਤ ਦੀ ਜਿਹੜੀ ਦਾਤ ਹੈ, ਜਿਹਦੇ ਵਿੱਚ ਅਤ ਮਿਠਾਸ ਹੈ, ਪਰਮ ਰਸ ਹੈ, ਉਹ ਬੂੰਦ ਬੂੰਦ ਕਰਕੇ ਮੇਰੇ ਅੰਤਰ ਹਿਰਦੇ ਵਿੱਚ ਟਪਕ ਰਹੀ ਹੈ ਅਤੇ ਮਨ ਜਿਹੜਾ ਹੈ ਉਹ ਪਰਮ ਰਸ ਦੇ ਸ਼ਹਿਤ ਸ਼ਾਂਤ ਹੋ ਰਿਹਾ। ਇਸੇ ਕਰਕੇ ਗੁਰਬਾਣੀ 'ਚ ਵਾਕ ਆਉਂਦਾ, ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ। ਕਿ ਜਦੋਂ ਨਾਮ ਅੰਮ੍ਰਿਤ ਨੂੰ ਬਾਣੀ ਦੇ ਅਭਿਆਸ ਨਾਲ ਗੁਰਮੁਖ ਆਪਣੇ ਹਿਰਦੇ ਘਰ ਵਿੱਚ ਰਸਨਾ ਦੁਆਰਾ, ਹਿਰਦੇ ਦੁਆਰਾ ਪੀਉਣ ਦਾ ਯਤਨ ਕਰਦਾ ਹੈ ਅਤੇ ਉਹਦੇ ਜੀਵਨ ਵਿੱਚ ਬੜੀ ਵੱਡੀ ਰਹਿਮਤ ਪੈਦਾ ਹੁੰਦੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਗੁਰੂ ਕੀ ਸ਼ਬਦ ਵਿਚਾਰ ਦੁਆਰਾ ਅੰਮ੍ਰਿਤ ਰਸ ਚੱਖਣ ਨੂੰ, ਅੰਮ੍ਰਿਤ ਰਸ ਚੱਖਣ ਦਾ ਨਿਰਮਲ ਯਤਨ ਉਦਮ ਕਰਦੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ, ਵਿਆਖਿਆ ਦੇ ਨਾਲ ਜੁੜ ਕੇ ਸਤਿਗੁਰੂ ਕੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਸੀ। ਇਸੇ ਪ੍ਰਕਾਰ ਲੜੀਵਾਰ ਬਾਣੀ ਪ੍ਰਵਾਹ ਦੇ ਅੰਤਰਗਤ ਰਾਗ ਰਹਿਤ ਬਾਣੀ ਜੋ 1353 ਰੰਗ ਤੋਂ ਆਰੰਭ ਹੁੰਦੀ ਹੈ, ਉਸ ਬਾਣੀ ਦੇ ਅੰਤਰਗਤ ਸ਼ਲੋਕ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਨੂੰ ਜਿਹੜਾ ਸਿੱਖ ਸਿਮਰਤੀ ਵਾਲਾ, ਸਿੱਖ ਭਾਵ ਵਾਲਾ ਜਾਂ ਦੁਨੀਆ ਦਾ ਕੋਈ ਵੀ ਭਗਤੀ ਭਾਵ ਵਾਲਾ ਇਨਸਾਨ ਹੈ, ਚਾਹੇ ਕਿਸੇ ਵੀ ਮੱਤ ਨਾਲ ਸੰਬੰਧ ਰੱਖਦਾ ਹੋਵੇ, ਉਹ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਬੜੇ ਗਹਿਰੇ ਉਪਦੇਸ਼ ਪਰ ਬੜੇ ਸਰਲ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਹਨ ਭਗਤ ਸਾਹਿਬ ਜੀ ਨੇ, ਉਹਨਾਂ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਗਾ ਕੇ ਆਪਣੇ ਜੀਵਨ ਵਿੱਚ ਅਧਿਆਤਮਿਕ ਆਨੰਦ ਪ੍ਰਾਪਤ ਕਰਦਾ ਹੈ। ਐਸੇ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਸਤਿਗੁਰੂ ਕੀ ਕਿਰਪਾ ਸਦਕਾ ਸ਼ਲੋਕਾਂ ਦੀ ਕਥਾ ਦੇ ਨਾਲ ਮਨ ਬੁੱਧ ਸੁਰਤ ਕਰਕੇ ਜੁੜਨ ਦਾ ਯਤਨ ਕਰੀਏ ਜੀ। ਪਾਵਨ ਲੜੀਵਾਰ ਸ਼ਲੋਕਾਂ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਬਾਣੀ ਪ੍ਰਵਾਹ ਦੀ ਰਚਨਾ ਹੋਈ ਹੈ, ਉਸ ਦੇ ਵਿੱਚ ਆਪ ਜੀ ਸਪਸ਼ਟ ਜਾਣਦੇ ਹੋ 35 ਜਾਂ 36 ਬਾਣੀਕਾਰਾਂ ਦੀ ਅੰਮ੍ਰਿਤਮਈ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪ੍ਰਵਾਹ ਦੇ ਵਿੱਚ ਅੰਕਿਤ ਹੈ। 15 ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਹੈ ਅਤੇ ਸਭ ਤੋਂ ਵਧੇਕ ਬਾਣੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੀ ਹੈ। 17 ਰਾਗਾਂ ਦੇ ਵਿੱਚ 293 ਸ਼ਬਦ ਅਤੇ 298 ਸ਼ਬਦ ਅਤੇ 238 ਸ਼ਲੋਕ ਭਗਤ ਕਬੀਰ ਸਾਹਿਬ ਜੀ ਦੇ ਹਨ। 17 ਰਾਗਾਂ ਦੇ ਵਿੱਚ ਜਿਹੜੇ ਆਪ ਜੀ ਸ਼ਲੋਕਾਂ ਦੀ ਵਿਆਖਿਆ ਆਰੰਭ ਕਰ ਲੱਗੇ, ਮੂਲ ਰੂਪ ਦੇ ਵਿੱਚ 243 ਸ਼ਲੋਕ ਹਨ, ਪਰ 4-5 ਸ਼ਲੋਕ ਗੁਰੂ ਸਾਹਿਬਾਨਾਂ ਦੇ ਵਿੱਚ ਦਰਜ ਹਨ। ਇਸ ਕਰਕੇ 238 ਸ਼ਲੋਕ ਭਗਤ
ਕਬੀਰ ਸਾਹਿਬ ਜੀ ਦੀ ਰਚਨਾ ਵਜੋਂ ਅੰਕਿਤ ਹਨ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਤੋਂ ਪਹਿਲਾਂ ਜੋ ਭਗਤ ਸਾਹਿਬ ਜੀ ਦਾ ਉਚੇਰਾ ਬੰਦਗੀ ਭਰਿਆ ਜੀਵਨ ਹੈ, ਜਿਹਦੇ ਵਿੱਚ ਉਹਨਾਂ ਨੇ ਅਧਿਆਤਮਿਕ ਅਨੁਭਵ ਨੂੰ ਕਿਵੇਂ ਮਾਣਿਆ, ਕਿਵੇਂ ਸੰਸਾਰ ਸਾਹਮਣੇ ਪ੍ਰਗਟ ਕੀਤਾ, ਅਤੇ ਇੱਕ ਨਿਮਨ ਕੁਲ ਦੇ ਵਿੱਚ ਹੁੰਦਿਆਂ ਬੰਦਗੀ ਦੇ ਮਾਰਗ 'ਤੇ ਚੱਲਦਿਆਂ ਸੱਚਾਈ ਦੇ ਮਾਰਗ ਨੂੰ ਧਰਦਿਆਂ ਜਾਂ ਜਾਤ ਪਾਤ ਊਚ ਨੀਚਤਾ ਦੀ ਕਾਣ ਮੇਟਦਿਆਂ ਉਹਨਾਂ ਨੂੰ ਕਿੰਨਾ ਪ੍ਰਕਾਰ ਦੀਆਂ ਬੜੀਆਂ ਭਿਆਨਕ ਮੁਸ਼ਕਿਲਾਂ ਦੇ ਵਿੱਚੋਂ ਪਰਿਸਥਿਤੀਆਂ ਦੇ ਵਿੱਚੋਂ ਗੁਜ਼ਰਨਾ ਪਿਆ, ਇਹਦੀ ਚਰਚਾ ਯਕੀਨਨ ਕਰਨੀ ਬਣਦੀ ਹੈ। ਉੱਤਰੀ ਭਾਰਤ ਦੀ ਭਗਤੀ ਲਹਿਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸਭ ਤੋਂ ਵੱਡੇ ਅਧਿਆਤਮਿਕ ਪੁਰਸ਼, ਅਧਿਆਤਮਿਕ ਰਹਿਬਰ ਮੰਨੇ ਜਾਂਦੇ ਹਨ। ਭਗਤ ਕਬੀਰ ਸਾਹਿਬ ਜੀ ਦੇ ਆਗਮਨ ਬਾਰੇ ਬੜੀਆਂ ਗੱਲਾਂ ਅਸਪਸ਼ਟ ਰੂਪ ਦੇ ਵਿੱਚ ਪ੍ਰਚਲਿਤ ਹਨ, ਪਰ ਜੋ ਇੱਕ ਗੱਲ ਸਰਵ ਪ੍ਰਵਾਨਿਤ ਹੈ ਕਿ ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਆਗਮਨ ਹੈ ਉਹ ਇੱਕ ਵਿਧਵਾ ਬ੍ਰਾਹਮਣੀ ਦੇ ਕੁੱਖ ਦੇ ਵਿੱਚੋਂ ਹੋਇਆ ਸੀ, ਅਤੇ ਸਮਾਜ ਦੀ ਕੁੱਲ ਲਾਜ ਕਰਕੇ ਉਸ ਇਸਤਰੀ ਨੇ ਕਿਹਾ ਕਿ ਸਮਾਜ ਮੇਰਾ ਮਾਣਹਾਨੀ ਕਰੇਗਾ, ਮੇਰੇ ਇਸ ਬੱਚੇ ਦੀ ਹੋਂਦ ਨੂੰ ਪ੍ਰਵਾਨ ਨਹੀਂ ਕਰੇਗਾ, ਅਤੇ ਉਹਨੇ ਆਪਣੇ ਜਿਸ ਪ੍ਰਕਾਰ ਇੱਕ ਤਲਾਬ ਦੇ ਨੇੜੇ ਉਹ ਭਗਤ ਕਬੀਰ ਸਾਹਿਬ ਜੀ ਨੂੰ ਬਚਪਨ ਰੂਪ ਦੇ ਵਿੱਚ ਛੱਡ ਗਈ, ਅਜੇ ਕੋਈ ਨਾਮ ਨਹੀਂ ਰੱਖਿਆ ਹੋਇਆ। ਤਾਂ ਇਸੇ ਦੌਰਾਨ ਕਿਉਂਕਿ ਤਲਾਬ ਦੇ ਕਿਨਾਰੇ ਲੋਕ ਆਮ ਆਉਂਦੇ ਸਨ ਇਸ਼ਨਾਨ ਆਦਿ ਕਰਨ ਜਾਂ ਹੋਰ ਜਲ ਸੰਬੰਧੀ ਜ਼ਰੂਰਤਾਂ ਕਰਕੇ, ਇਸੇ ਦੌਰਾਨ ਭਗਤ ਕਬੀਰ ਸਾਹਿਬ ਜੀ ਜੋ ਜੇ ਬਚਪਨ ਰੂਪ ਵਿੱਚ ਹਨ, ਬਾਲ ਰੂਪ ਵਿੱਚ ਹਨ, ਨੀਰੂ ਅਤੇ ਨੀਮਾ ਦੋ ਜੁਲਾਹੇ ਕੁਲ ਨਾਲ ਸੰਬੰਧ ਰੱਖਣ ਵਾਲੇ ਦੋ ਪਤੀ ਪਤਨੀ ਉਸ ਤਾਲਾਬ ਨੇੜੇ ਆਏ ਤਾਂ ਨੇਕੇ ਦੇਖਿਆ ਕਿ ਇੱਕ ਬੜੀ ਸੁੰਦਰ ਮੂਰਤ ਵਾਲਾ, ਬੜੇ ਸ਼ਾਂਤ ਭਾਵ ਵਾਲਾ, ਜਿਹਦੇ ਤੋਂ ਬੰਦਗੀ ਦੀ ਆਭਾ ਝਰਦੀ ਹੈ, ਉਹ ਬਾਲਕ ਤਲਾਬ ਕਿਨਾਰੇ ਪਿਆ ਅਤੇ ਉਹਨਾਂ ਦੇ ਘਰ ਵੀ ਸੁਭਾਵ ਕੋਈ ਔਲਾਦ ਨਹੀਂ ਸੀ। ਪਰਮੇਸ਼ਰ ਦੀ ਬਖਸ਼ਿਸ਼ ਜਾਣ ਕੇ ਕਿ ਪਰਮੇਸ਼ਰ ਨੇ ਸਾਨੂੰ ਆਪ ਦਿੱਤਾ ਹੈ, ਇਸੇ ਪ੍ਰਕਾਰ ਉਹ ਦੋਵੇਂ ਅਕਾਲ ਪੁਰਖ ਦੀ ਬਖਸ਼ਿਸ਼ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਉਠਾ ਕੇ ਬੜੇ ਅਦਬ ਸਨਮਾਨ ਸਹਿਤ ਆਪਣੇ ਘਰ ਲੈ ਗਏ। ਅਤੇ ਕਿਉਂਕਿ ਇਸਲਾਮੀ ਮਾਹੌਲ ਵਾਲਾ ਸੀ ਨੀਰੂ ਨੀਮਾ ਜੀ ਦੇ ਘਰ ਦਾ ਮਾਹੌਲ, ਤਾਂ ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਦੇ ਪਹਿਲੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਏ, ਸ਼ੁਰੂਆਤੀ ਤੋਂ, ਕਿ ਇਤਨੇ ਦਿਨ ਬੱਚਾ ਇਹ ਤਲਾਬ ਦੇ ਕਿਨਾਰੇ ਭੁੱਖਾ ਜਾਂ ਜਿਸ ਤਰ੍ਹਾਂ ਦੀਆਂ ਵੀ ਹਾਲਾਤਾਂ ਦੇ ਵਿੱਚ ਰਿਹਾ, ਪਰ ਇਹਦੇ ਜਰਾ ਜਿੰਨਾ ਵੀ ਰੋਣ ਇਹਦੇ ਮੁਖ ਤੋਂ ਨਹੀਂ ਪ੍ਰਗਟਿਆ, ਅਤੇ ਜ਼ਰੂਰ ਕੋਈ ਰੱਬੀ ਬਖਸ਼ਿਸ਼ ਭਰਿਆ ਬਾਲਕ ਹੈ। ਇਸ ਪ੍ਰਕਾਰ ਉਹਨਾਂ ਨੂੰ ਇਸਲਾਮੀ ਮਾਹੌਲ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਨਾਮ ਕਬੀਰ ਰੱਖਿਆ ਗਿਆ। ਕਬੀਰ ਦਾ ਅਰਥ ਹੁੰਦਾ ਹੈ ਸਭ ਤੋਂ ਵੱਡਾ, ਸਭ ਤੋਂ ਉਚੇਰਾ, ਅਤੇ ਇਸਲਾਮੀ ਸੁਭਾਅ ਵਾਲਾ ਨਾਮ ਹੈ। ਤਾਂ ਇਸੇ ਪ੍ਰਕਾਰ ਉਹਨਾਂ ਦੀ ਪਰਵਰਿਸ਼ ਹੋਈ। ਕਾਸ਼ੀ ਦੇ ਵਿੱਚ 1398 ਈਸਵੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਆਗਮਨ ਮੰਨਿਆ ਜਾਂਦਾ ਹੈ। ਭਾਵੇਂ ਕਿ ਜਨਮ ਸੰਬੰਧੀ ਬੜੇ ਵਿਚਾਰ ਪ੍ਰਚਲਿਤ ਹਨ, ਬੜੇ ਕਹੇ ਜਾਂਦੇ ਹਨ, ਪਰ ਜਿਹੜਾ ਵਧੇਰੇ ਸਪਸ਼ਟ ਮਤ ਹੈ, ਜਿਵੇਂ ਪਰਸ਼ੂਰਾਮ ਚਤੁਰਵੇਦੀ, ਹਜ਼ਾਰੀ ਪ੍ਰਸਾਦ ਦਵੇਦੀ, M.A. ਮਕੌਲਫ ਜਾਂ ਗੁਰਮਤਿ ਦੇ ਹੋਰ ਜਿਹੜੇ ਵਿਦਵਾਨ ਹਨ, ਉਹ 1398 ਈਸਵੀ ਹੀ ਮੰਨਦੇ ਹਨ। ਤਾਂ ਇਸੇ ਪ੍ਰਕਾਰ ਜਦੋਂ ਆਪਣੀ ਜੀਵਨ ਨੂੰ ਪ੍ਰਾਰੰਭ ਕੀਤਾ ਤਾਂ ਥੋੜ੍ਹੇ ਸਮੇਂ ਬਾਅਦ ਆਪਣੇ ਮਾਤਾ ਪਿਤਾ ਦੀ ਜਿਹੜੀ ਕਾਰ ਸੀ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਸ਼ਾਮਲ ਹੋ ਗਏ। ਆਪਣੇ ਮਾਤਾ ਪਿਤਾ ਦੀ ਕਾਰ ਦੇ ਵਿੱਚ ਹੱਥ ਵਟਾਉਣ ਲੱਗ ਪਏ, ਪਰ ਜਿਹੜੀ ਉਹਨਾਂ ਦੇ ਬਚਪਨ ਦੇ ਵਿੱਚ ਅਧਿਆਤਮਿਕ ਕਰਮਾਂ ਵੱਲ ਰੁਚੀ ਸੀ ਉਹ ਪ੍ਰਗਟ ਹੋਣੀ ਸ਼ੁਰੂ ਹੋ ਗਈ। ਗੁਰਬਾਣੀ ਜ਼ਿਕਰ ਆਉਂਦਾ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ, ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ, ਕਿ ਸੰਤਾਂ ਦੇ ਕੋਲ ਜਾ ਕੇ ਬੈਠਣਾ, ਉਹਨਾਂ ਦੀ ਅਧਿਆਤਮਿਕ ਚਰਚਾ ਸੁਣਨੀ, ਗਿਆਨ ਦੀ ਵਿਚਾਰ ਸੁਣਨੀ ਅਤੇ ਉਹਨੂੰ ਸਮਝਣ ਦਾ ਯਤਨ ਕਰਨਾ, ਇਹ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਪਨ ਦੇ ਕਰਮ ਅਧਿਆਤਮਿਕ ਮੰਨੇ ਜਾਂਦੇ ਹਨ। ਜਿਵੇਂ ਜਿਵੇਂ ਅਨੁਭਵ ਵੱਡਾ ਹੁੰਦਾ ਗਿਆ, ਗੁਰੂ ਦੀ ਲੋੜ ਮਹਿਸੂਸ ਹੋਈ, ਗੁਰੂ ਦੀਖਿਆ ਦੀ ਲੋੜ ਮਹਿਸੂਸ ਹੋਈ, ਤਾਂ ਹੁਣ ਇੱਕ ਪਾਸੇ ਗੁਰੂ ਦੀ ਲੋੜ ਮਹਿਸੂਸ ਹੋਈ ਹੈ, ਦੂਜੇ ਪਾਸੇ ਸਮੱਸਿਆ ਬਣ ਗਈ ਹੈ ਕਿ ਸ਼ੂਦਰ ਕੁੱਲ ਵਿੱਚੋਂ ਹਾਂ, ਨਿਮਨ ਕੁੱਲ ਵਿੱਚੋਂ ਹਾਂ, ਕੌਣ ਦੀਖਿਆ ਦੇ ਕੇ ਸਾਨੂੰ ਆਪਣਾ ਸ਼ਿਸ਼ ਬਣਾਉਣਾ ਚਾਹੇਗਾ। ਪਰ ਭਗਤੀ ਦੀ ਚਾਹ ਕਹਿੰਦੇ ਜਿਹੜੀ ਹੁੰਦੀ ਹੈ, ਜਦੋਂ ਕਿਸੇ ਕਾਰਜ ਦੀ ਮਨੁੱਖ ਦੇ ਅੰਦਰ ਜਿੰਨੀ ਵੱਡੀ ਚਾਹ ਹੋਵੇ ਓਨਾ ਜ਼ਿਆਦਾ ਹੀ ਉਹਦਾ ਉਹ ਕਾਰਜ ਸਹਿਲਾ ਹੋ ਜਾਂਦਾ ਹੈ। ਤਾਂ ਫਿਰ ਸੋਚਿਆ ਕਿ ਭਗਤ ਰਾਮਾਨੰਦ ਜੀ ਹਨ, ਪਰ ਉਹ ਵੀ ਬ੍ਰਾਹਮਣ ਕੁੱਲ ਵਿੱਚੋਂ ਹਨ, ਪਤਾ ਨਹੀਂ ਦੀਖਿਆ ਦੇਣ ਜਾਂ ਨਹੀਂ। ਤਾਂ ਫਿਰ ਇੱਕ ਜੁਗਤ ਸੋਚੀ
ਜੁਗਤ ਸੋਚੀ ਕਿ ਭਗਤ ਰਾਮਾਨੰਦ ਜੀ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਹਨ। ਜੇ ਕਿਤੇ ਰਸਤੇ ਵਿੱਚ ਲੇਟ ਜਾਵਾਂ ਤਾਂ ਫਿਰ ਹੋ ਸਕਦਾ ਉਹਨਾਂ ਕੋਲੋਂ ਗੁਰੂ ਦੀਖਿਆ ਮਿਲ ਜਾਏ। ਭਗਤ ਕਬੀਰ ਸਾਹਿਬ ਜੀ ਜਾ ਕੇ ਅੰਮ੍ਰਿਤ ਵੇਲੇ ਰਸਤੇ ਵਿੱਚ ਲੇਟ ਗਏ। ਰਾਮਾਨੰਦ ਜੀ ਰਾਮ ਰਾਮ ਕਰਦੇ ਹੋਏ ਗੰਗਾ ਇਸ਼ਨਾਨ ਨੂੰ ਜਾ ਰਹੇ ਸਨ। ਜਦੋਂ ਰਸਤੇ ਦੇ ਵਿੱਚ ਲੇਟੇ ਹੋਏ ਸਨ, ਪੈਰ ਟਕਰਾਇਆ ਰਾਮਾਨੰਦ ਜੀ ਦਾ ਭਗਤ ਕਬੀਰ ਸਾਹਿਬ ਜੀ ਦੇ ਸਰੀਰ ਨਾਲ, ਤਾਂ ਉਹਨਾਂ ਕਿਹਾ, ਭਾਈ ਅੰਮ੍ਰਿਤ ਵੇਲਾ ਹੈ, ਉੱਠੋ ਭਾਈ ਰਾਮ ਕੇ ਰਾਮ ਕਹੋ। ਇਹ ਵਾਕ ਭਗਤ ਰਾਮਾਨੰਦ ਜੀ ਨੇ ਆਖੇ ਅਤੇ ਭਗਤ ਕਬੀਰ ਸਾਹਿਬ ਜੀ ਨੇ ਸਮਝਿਆ ਕਿ ਇਹੀ ਮੇਰੇ ਲਈ ਗੁਰੂ ਉਪਦੇਸ਼ ਹੈ। ਫਿਰ ਇਹਦਾ ਅਭਿਆਸ ਕਰਦੇ ਗਏ ਆਪਣੇ ਜੀਵਨ ਨੂੰ ਬੰਦਗੀ ਨੇਮ ਵਿੱਚ ਢਾਲ ਲਿਆ, ਆਪਣੇ ਜੀਵਨ ਦੀ ਸਮੁੱਚੀ ਸਾਧਨਾ ਕੀਤੀ। ਅਤੇ ਇੱਕ ਸਮਾਂ ਉਹ ਵੀ ਆਇਆ ਜਦੋਂ ਪੂਰੀ ਕਾਂਸ਼ੀ ਦੇ ਵਿੱਚ ਹਰੇਕ ਘਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਸਿਫਤ, ਉਹਨਾਂ ਦੀ ਸਾਧਨਾ ਦਾ ਜ਼ਿਕਰ ਹੁੰਦਾ। ਭਗਤ ਕਬੀਰ ਸਾਹਿਬ ਜੀ ਨੇ ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਤਾਂ ਚਿੱਤ ਚੇਤਾ ਵੀ ਨਹੀਂ ਕਿ ਕੀ ਕੀਤਾ ਹੈ। ਕੋਈ ਬਹੁਤ ਵੱਡੇ ਦੁਨਾਵੀ ਮਰਾਤਬੇ ਨਹੀਂ ਹਨ, ਕੋਈ ਬੜੀ ਵੱਡੀ ਗੱਲ ਵੀ ਨਹੀਂ, ਪਰ ਹਰੇਕ ਘਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਨੇ ਜ਼ਿਕਰ ਕਰਵਾ ਦਿੱਤਾ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਆਉਂਦਾ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌਕੁੰਟ ਮਾਨੈ। ਫਿਰ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚ ਜਾਤੀਗਤ ਅਭਿਮਾਨ ਕਰਕੇ, ਬੜੇ ਪ੍ਰਕਾਰ ਕਰਕੇ ਉਹਨਾਂ ਨੂੰ ਇਸ ਪ੍ਰਕਾਰ ਦੇ ਤਿਰਸਕਾਰ ਦਾ ਸ਼ਿਕਾਰ ਹੋਣਾ ਪਿਆ। ਅਤੇ ਪਰ ਭਗਤ ਕਬੀਰ ਸਾਹਿਬ ਜੀ ਨੇ ਬੜੀ ਤਿੱਖੀ ਸੁਰ ਦੇ ਵਿੱਚ ਜਾਤੀ ਪਾਤੀ ਜਿਹੜਾ ਪ੍ਰਬੰਧ ਸੀ ਉਹਦੇ ਉੱਪਰ ਬੜੇ ਕਟਾਕਸ਼ ਕੀਤੇ ਹਨ। ਬਾਣੀ ਵਿੱਚ ਆਪ ਜੀ ਪੜ੍ਹਦੇ ਹੋ। ਇਸੇ ਪ੍ਰਕਾਰ ਉਹਨਾਂ ਨੇ ਪਰਮੇਸ਼ਰ ਦੇ ਭਰਾਤਰੀ ਭਾਵ ਅਤੇ ਏਕਤਵ ਭਾਵ ਦੇ ਉੱਪਰ ਜ਼ੋਰ ਕੀਤਾ। ਫਿਰ ਜਿਹੜਾ ਇੱਕ ਹੋਰ ਬਾਰੀਕ ਨੁਕਤਾ ਹੈ ਭਗਤ ਕਬੀਰ ਸਾਹਿਬ ਜੀ ਬਾਣੀ ਵਿੱਚ, ਉਹ ਹੈ ਉਹਨਾਂ ਨੇ ਪਰਮੇਸ਼ਰ ਦੀ ਨਿਰਗੁਣ ਪੂਜਾ 'ਤੇ ਬੜਾ ਜ਼ੋਰ ਦਿੱਤਾ ਹੈ। ਹੁਣ ਨਿਰਗੁਣ ਪੂਜਾ 'ਤੇ ਜ਼ੋਰ ਦੇਣ ਦਾ ਭਾਵ ਕੀ ਸੀ? ਕਿਉਂਕਿ ਉਸ ਸਮੇਂ ਜਿਹੜੇ ਮੰਦਰ ਸਨ ਉਹਨਾਂ ਦੇ ਵਿੱਚ ਸ਼ੂਦਰ ਨਹੀਂ ਸੀ ਜਾ ਸਕਦਾ। ਜਿਹੜੇ ਧਰਮ ਗ੍ਰੰਥ ਸਨ ਉਹਨਾਂ ਦਾ ਜਿਹੜਾ ਪਾਠ ਸੀ ਉਹ ਸ਼ੂਦਰ ਕੁੱਲ ਵਾਲੇ, ਵੈਸ਼ ਕੁੱਲ ਵਾਲੇ ਨਹੀਂ ਕਰ ਸਕਦੇ ਸਨ। ਜਿੰਨੀਆਂ ਪੂਜਾ ਦੀਆਂ ਵਿਧੀਆਂ ਸਨ ਉਹਨਾਂ ਵਿੱਚੋਂ ਇੱਕ ਵੀ ਵਿਧੀ ਜਿਹੜਾ ਸੀ ਸ਼ੂਦਰ ਕੁੱਲ ਦਾ ਬੰਦਾ ਨਹੀਂ ਸੀ ਅਪਣਾ ਸਕਦਾ। ਅਤੇ ਪਰ ਹੁਣ ਇਸੇ ਅਰਥ ਦੇ ਵਿੱਚ ਫਿਰ ਭਗਤ ਕਬੀਰ ਸਾਹਿਬ ਜੀ ਨੇ ਨਿਰਗੁਣ ਪੂਜਾ ਸ਼ੁਰੂ ਕੀਤੀ। ਉਹਨਾਂ ਪਾਵਨ ਬਾਣੀ 'ਚ ਵਾਕ ਆਉਂਦੇ ਹਨ ਕਿ ਨਾਮੈ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਤਾਂ ਇਸੇ ਪ੍ਰਕਾਰ ਕੇ ਭਗਤ ਸਾਹਿਬਾਨਾਂ ਨੇ ਉਸ ਨਿਰਗੁਣ ਪਰਮੇਸ਼ਰ ਦੀ ਪੂਜਾ ਕੀਤੀ ਜਿਹੜਾ ਕਿਸੇ ਮੰਦਰ ਮਸੀਤ ਦੇ ਦਾਇਰੇ ਵਿੱਚ ਨਹੀਂ ਹੈ, ਜਿਹੜਾ ਕਿਸੇ ਖਾਸ ਪੂਜਾ ਵਿਧੀ ਦੇ ਨਾਲ ਜਾਂ ਖਾਸ ਕੁੱਲ ਦੇ ਵਿੱਚ ਪੈਦਾ ਹੋਣ ਦੇ ਨਾਲ ਨਹੀਂ ਮਿਲਦਾ। ਉਹ ਸਰਵ ਵਿਆਪਕ ਹੈ ਅਤੇ ਸਾਰੀ ਕਾਇਨਾਤ ਲਈ ਸਾਂਝਾ। ਇਸ ਕਰਕੇ ਭਗਤ ਸਾਹਿਬਾਨਾਂ ਨੇ ਨਿਰਗੁਣ ਪੂਜਾ ਆਰੰਭ ਕੀਤੀ। ਜਿਵੇਂ ਅਸੀਂ ਭਗਤ ਨਾਮਦੇਵ ਜੀ ਦੇ ਸੰਬੰਧ ਵਿੱਚ ਸੁਣਦੇ ਹਾਂ ਕਿ ਮੰਦਰ ਵਿੱਚ ਗਏ, ਤਿਰਸਕਾਰ ਹੋਇਆ। ਅਤੇ ਇਸੇ ਪ੍ਰਕਾਰ ਜੀਵਨ ਦੀਆਂ ਇੱਥੋਂ ਤੱਕ ਕਿ ਇੱਕ ਸਮੇਂ ਰਾਜ ਹਕੂਮਤ ਦੇ ਵਿੱਚ ਜਦੋਂ ਅੱਲਾਹ ਤਾਲਾ ਦੀ ਇਬਾਦਤ ਦੇ ਵਿੱਚ ਹਿੰਦੂ ਪੁਰਾਣਕ ਹਵਾਲੇ ਦੇ ਨਾਲ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੀ ਰਚਨਾ ਕੀਤੀ, ਤਾਂ ਉਸ ਸਮੇਂ ਸਿਕੰਦਰ ਲੋਧੀ ਬਾਦਸ਼ਾਹ ਦੇ ਅੱਗੇ ਉਹਨਾਂ ਨੂੰ ਪੇਸ਼ ਕੀਤਾ ਗਿਆ ਅਤੇ ਜੰਜੀਰਾਂ ਦੇ ਨਾਲ ਜਕੜ ਕੇ ਹਾਥੀ ਅੱਗੇ ਸੁੱਟਿਆ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਉਹ ਵੀ ਪ੍ਰਮਾਣ ਦਿੱਤਾ ਹੈ, ਹਸਤ ਭਾਗ ਕੈ ਚੀਸਾ ਮਾਰੈ ਐ ਮੂਰਤ ਕੈ ਹਉ ਬਲਹਾਰੇ। ਇਸ ਪ੍ਰਕਾਰ ਅਨੇਕਾਂ ਗੂੜ ਵਿਸ਼ੇ। ਔਰ ਭਗਤ ਕਬੀਰ ਸਾਹਿਬ ਜੀ ਦੀ ਬੜੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਵੀ ਮਿਲਦੀ ਹੈ, ਪਰ ਉਹਦੇ ਪ੍ਰਮਾਣਿਕ ਹੋਣ ਦਾ ਕੋਈ ਖਾਸ ਸਬੂਤ ਨਹੀਂ ਹੈ। ਦੇਖੋ 15ਵੀਂ ਸਦੀ ਦੇ ਸਮਾਪਤੀ ਦੇ ਉੱਪਰ 1498 ਦੇ ਵਿੱਚ ਭਗਤ ਕਬੀਰ ਸਾਹਿਬ ਜੀ ਇਸ ਸੰਸਾਰ ਤੋਂ ਆਪਣੇ ਮੂਰਤ ਸਰੂਪ ਦਾ ਜਿਹੜਾ ਓਹਲਾ ਕਰਦੇ ਹਨ। ਅਤੇ 1498 ਦੇ ਵਿੱਚ ਉਹਨਾਂ ਦਾ ਅਕਾਲ ਚਲਾਣਾ ਹੈ, ਆਪਣੇ ਪਰਮ ਸਰੂਪ ਵਿੱਚ ਅਭੇਦ ਹੋਣਾ ਹੈ। ਅਤੇ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲੀ ਬੀੜ ਬੰਨਣ ਦਾ ਕਾਰਜ ਗੁਰੂ ਅਰਜਨ ਦੇਵ ਸਾਹਿਬ ਕਰਦੇ ਨੇ। ਅਤੇ ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਮਾਂ ਵੀ 15ਵੀਂ ਸਦੀ ਵਾਲਾ ਹੈ। ਇਸ ਕਰਕੇ ਬੜੀ ਸੰਭਾਵਨਾ ਬਚਦੀ ਹੈ ਕਿ 1498 ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸੰਸਾਰ ਤੋਂ ਆਪਣੇ ਜਿਹੜਾ ਸਰੀਰਕ ਰੂਪ ਉਹਦਾ ਗੱਲਾਂ ਕਰਦੇ ਹਨ ਅਤੇ 1469 ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਬਾਣੀ ਸੰਭਾਲਦੇ ਹਨ, ਗੁਰੂ ਅਰਜਨ ਦੇਵ ਸਾਹਿਬ ਜੀ ਅੰਕਿਤ ਕਰਕੇ ਫਿਰ ਉਹਨਾਂ ਭਗਤ ਜਨਾਂ ਦੀ ਜਿਨ੍ਹਾਂ ਦੀ ਆਵਾਜ਼ ਕਾਸ਼ੀ ਦੇ ਵਿੱਚ ਦਬਾਈ ਜਾਂਦੀ ਸੀ ਪਰਮੇਸ਼ਰ ਕਿਉਂ, ਉਹਦੇ ਕਈ ਕਾਰਨ ਸਨ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਭਗਤ ਸਾਹਿਬਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਬਿਠਾਇਆ। ਅਤੇ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਸੇ ਭਗਤ ਸਤਿਗੁਰ ਮਨ ਪਾਏ, ਕਿ ਸਤਿਗੁਰੂ ਨੂੰ ਪਾਏ ਜਿਨ੍ਹਾਂ ਨੇ ਇਸ ਪ੍ਰਕਾਰ ਪਰਮੇਸ਼ਰ ਦੇ
ਏਕਤਵ ਦੀ ਚਰਚਾ ਕੀਤੀ ਤੇ ਸੰਸਾਰ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਕੇ ਸਭ ਪ੍ਰਕਾਰ ਦੇ ਭੇਦ ਭਾਵਾਂ ਤੋਂ ਮੁਕਤ ਹੋ ਕੇ ਬੰਦਗੀ ਮਾਰਗ ਦਰਸਾਇਆ। ਐਸੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦਾ ਜਿਹੜਾ ਪਾਠ ਹੈ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1364 ਅੰਗ ਤੋਂ ਆਰੰਭ ਹੋ ਕੇ ਸ਼ਰਵਣ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਜੋ ਨਿਰਗੁਣ ਸਰੂਪ ਕਰਕੇ ਇੱਕ ਹੈ, ਓੰਕਾਰ ਸਰੂਪ ਕਰਕੇ ਜਦੋਂ ਦਾ ਪ੍ਰਕਾਸ਼ ਹੁੰਦਾ ਹੈ ਤਾਂ ਉਹ ਸਤ ਸਰੂਪ ਦੇ ਵਿੱਚ ਅਕਾਲ ਪੁਰਖ ਪਸਰ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰ ਪ੍ਰਸਾਦ, ਗੁਰੂ ਕਿਰਪਾ ਦੁਆਰਾ ਐਸੇ ਪਰਮ ਅਕਾਲ ਪੁਰਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਭਗਤ ਕਬੀਰ ਸਾਹਿਬ ਜੀ ਕਿਉਂਕਿ ਨਿਰਗੁਣ ਪੂਜਾ ਵਾਲੇ ਸਨ। ਨਿਰਗੁਣ ਪੂਜਾ ਦਾ ਭਾਵ ਇਹ ਹੈ ਕਿ ਆਰਾਧਨਾ ਕਰਨੀ ਹੈ, ਬੰਦਗੀ ਕਰਨੀ ਹੈ। ਨਾ ਬੰਦਗੀ ਲਈ ਮੰਦਰ ਚਾਹੀਦਾ ਹੈ, ਨਾ ਬੰਦਗੀ ਲਈ ਉੱਚੀ ਕੁੱਲ ਚਾਹੀਦੀ ਹੈ, ਨਾ ਬੰਦਗੀ ਲਈ ਮਾਲਾ ਚਾਹੀਦੀ ਹੈ। ਕੇਵਲ ਜੋ ਕੁਝ ਪ੍ਰਾਪਤ ਹੈ ਉਹਦੇ ਸਹਿਤ ਹੀ ਜਿਹੜੀ ਹੈ ਆਰਾਧਨਾ ਕਰਨੀ। ਤਾਂ ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਜਗਿਆਸੂ ਨੇ ਪੁੱਛਿਆ ਕਿ ਭਗਤ ਕਬੀਰ ਸਾਹਿਬ ਜੀ, ਸੰਸਾਰ ਦੇ ਲੋਕ ਜਿੰਨੇ ਰਾਮ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਹੱਥ ਵਿੱਚ ਮਾਲਾ ਦੇਖੀ ਦੀ ਹੈ, ਉਹਨਾਂ ਦੇ ਹੱਥ ਵਿੱਚ ਇੱਕ ਸਿਮਰਨੀ ਦੇਖੀ ਦੀ ਹੈ। ਇਸਲਾਮ ਵਾਲੇ ਤਸਬੀਹ ਪਕੜਦੇ ਨੇ, ਇਹ ਸਾਰੇ ਤਸਬੀਹ ਫੇਰ ਕੇ ਮਾਲਾ ਫੇਰ ਕੇ ਉਸ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਨ, ਉਹਦੀ ਉਸਤਤ ਕਰਦੇ ਹਨ, ਉਹਦੇ ਵਿੱਚ ਆਪਣਾ ਚਿੰਤਨ ਜੋੜਦੇ ਹਨ, ਧਿਆਨ ਧਰਦੇ ਹਨ। ਆਪ ਜੀ ਕਿਸ ਪ੍ਰਕਾਰ ਸਾਧਨਾ ਕਰਦੇ ਹੋ? ਤੁਹਾਡੇ ਹੱਥ 'ਚ ਤਾਂ ਕਦੀ ਮਾਲਾ ਦੇਖੀ ਨਹੀਂ, ਪਰ ਆਪ ਜੀ ਅਕਸਰ ਕਹਿੰਦੇ ਹੋ ਕਿ ਮੈਂ ਪਰਮੇਸ਼ਰ ਦੀ ਬੰਦਗੀ ਕਰਦਾ, ਅਕਾਲ ਪੁਰਖ ਦਾ ਚਿੰਤਨ ਕਰਦਾ ਹਾਂ। ਤਾਂ ਕਿਸ ਢੰਗ ਨਾਲ ਕਰਦੇ ਹੋ? ਤਾਂ ਭਗਤ ਕਬੀਰ ਸਾਹਿਬ ਜੀ ਉੱਤਰ ਰੂਪ ਵਿੱਚ ਜਗਿਆਸਾ ਨੂੰ ਤ੍ਰਿਪਤ ਕਰਦਿਆਂ ਫਰਮਾਉਂਦੇ ਹਨ, ਕਬੀਰ ਮੇਰੀ ਸਿਮਰਨੀ। ਮੇਰੀ ਸਿਮਰਨੀ ਕੀ ਹੈ? ਮੇਰੀ ਸਿਮਰਨੀ ਦਾ ਰੂਪ ਕੀ ਹੈ? ਭਾਵ ਕਿ ਮੇਰੀ ਮਾਲਾ ਦਾ ਰੂਪ ਕੀ ਹੈ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਸਨਾ ਉੱਪਰ ਰਾਮ, ਕੇ ਮੇਰੀ ਜ਼ੁਬਾਨ ਦੇ ਉੱਪਰ, ਮੇਰੀ ਰਸਨਾ ਦੇ ਉੱਪਰ ਉਸ ਪਰਮੇਸ਼ਰ ਰਮੰਤੀ ਰਾਮ ਦੀ ਯਾਦ ਦਾ, ਉਹਦੇ ਜ਼ਿਕਰ ਦਾ ਵਾਸ ਹੈ। ਇਹੀ ਮੇਰੀ ਮਾਲਾ ਹੈ। ਹੁਣ ਭਗਤ ਸਾਹਿਬਾਨਾਂ ਨੇ ਜਿਹੜੀ ਸਾਨੂੰ ਅਧਿਆਤਮਿਕ ਸਾਧਨਾ ਸਿਖਾਈ ਹੈ ਨਾ, ਉਹ ਬੜੀ ਕਮਾਲ ਦੀ ਹੈ ਔਰ ਬੜੀ ਬਾਰੀਕ ਹੈ। ਹੁਣ ਉਦਾਹਰਨ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ। ਹੁਣ ਸਿਮਰਨੀ ਦਾ ਭਾਵ ਹੈ ਕਿ ਸਿਮਰਨੀ ਦੇ 4 ਪੱਧਰ ਬਣਦੇ ਹਨ। ਸਿਮਰਨੀ ਮਾਲਾ ਸਮਝਦੇ ਹਾਂ, ਪਰ ਉਹ ਮਾਲਾ ਦੇ ਜੇ ਅੰਤਰੀਵ ਅਰਥ ਲਏ ਜਾਣ ਤਾਂ ਜਿਵੇਂ ਹੁਣ ਜ਼ੁਬਾਨ ਤੋਂ ਕੋਈ ਚੀਜ਼ ਆਰਾਧਦੇ ਹਾਂ, ਬੋਲਦੇ ਹਾਂ, ਤਾਂ ਉਹ ਨਾਦ ਬਣ ਕੇ ਪ੍ਰਗਟ ਹੁੰਦੀ ਹੈ। ਅਤੇ ਨਾਦ ਬਣ ਕੇ ਜੇ ਦੂਜੇ ਤੱਕ ਪਹੁੰਚੇ ਤਾਂ ਦੂਜਾ ਉਹਦੇ ਤੋਂ ਜਾਣੂ ਹੋ ਜਾਂਦਾ ਹੈ। ਜੇ ਉਸੇ ਨਾਦ ਨੂੰ ਮੁੜ ਆਪਣੇ ਵਿੱਚ ਸਮਾ ਲਿਆ ਜਾਵੇ ਤਾਂ ਉਹ ਆਪਣੇ ਜੀਵਨ ਦੇ ਵਿੱਚ ਬੜਾ ਵੱਡਾ ਮਹੱਤਵ ਨਿਭਾਉਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਸਨਾ ਉੱਪਰ ਰਾਮ। 2 ਚੀਜ਼ਾਂ ਮਹੱਤਵਪੂਰਨ ਨੇ ਇਸ ਸ਼ਲੋਕ ਦੇ ਵਿੱਚ, ਮੇਰੀ ਸਿਮਰਨੀ ਅਤੇ ਰਾਮ। ਰਾਮ ਦਾ ਭਾਵ ਜਿਵੇਂ ਉਸ ਸਮੇਂ ਦੇ ਵਿੱਚ ਕਾਂਸ਼ੀ ਦੇ ਵਿੱਚ ਜੋ ਇਤਿਹਾਸ ਦੇ ਪਾਤਰ ਹਨ ਸ਼੍ਰੀ ਰਾਮ ਚੰਦਰ, ਉਹਨਾਂ ਦੀ ਪੂਜਾ ਦਾ ਪ੍ਰਚਲਨ ਹੋਏਗਾ ਜਾਂ ਉਹਨਾਂ ਨੂੰ ਰਾਮ ਸਰਮੌਰ ਮੰਨ ਕੇ ਲੋਕ ਉਹਨਾਂ ਦੀ ਪੂਜਾ ਆਰਾਧਨਾ ਕਰਦੇ ਹੋਣਗੇ। ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਉਹਨਾਂ ਦੀ ਬਾਣੀ ਜ਼ਿਕਰ ਮਿਲਦਾ ਹੈ, ਕਬੀਰ ਰਾਮੈ ਰਾਮ ਕੋ ਕਹਿਬੈ ਮਾਹੇ ਬਵੇਕ, ਇੱਕ ਸਮਾਨਾ ਮਿਲ ਗਿਆ ਇੱਕ ਸਮਾਨਾ ਏਕ। ਭਾਵ ਕਿ 2 ਰਾਮ ਕਹੇ ਜਾਂਦੇ ਹਨ, ਪਰ ਦੋਵਾਂ ਦੇ ਕਹਿਣ ਵਿੱਚ ਫਰਕ ਹੈ। ਇੱਕ ਇਤਿਹਾਸ ਦਾ ਪਾਤਰ ਰਾਮ ਹੈ ਜਿਹੜੇ ਕਿ ਤ੍ਰੇਤੇ ਯੁੱਗ ਦੇ ਵਿੱਚ ਪ੍ਰਗਟ ਹੋਏ ਹਨ ਅਤੇ ਇਸੇ ਰਘੂ ਕੁਲ ਦੇ ਰਾਜੇ ਹੋਏ ਹਨ। ਦੂਜੇ ਪਾਸੇ ਜਿਸ ਰਾਮ ਦੇ ਨਾਮ ਦੀ ਮੈਂ ਆਰਾਧਨਾ ਕਰਦਾ ਹਾਂ ਉਹ ਰਮੰਤੀ ਹੈ। ਰਮੰਤੀ ਦਾ ਭਾਵ ਜਗਤ ਦੀ ਜਿਤਨੀ ਵੀ ਰਚਨਾ ਹੈ, ਅਗਰ ਉਹਦੇ ਵਿੱਚ ਉਸ ਰਾਮ ਦੇ ਨੂਰ ਦਾ, ਉਹਦੇ ਪ੍ਰਕਾਸ਼ ਦਾ, ਉਹਦੀ ਸੱਤਾ ਦਾ ਵਾਸ ਨਾ ਹੋਵੇ ਤਾਂ ਇਹ ਜਗਤ ਚੱਲ ਨਹੀਂ ਸਕਦਾ। ਮਤਲਬ ਨੂਰ ਰੂਪ ਕਰਕੇ, ਪ੍ਰਕਾਸ਼ ਰੂਪ ਕਰਕੇ ਸ੍ਰਿਸ਼ਟੀ ਦੀ ਹਰੇਕ ਰਚਨਾ ਦੇ ਅੰਦਰ ਉਹ ਅਕਾਲ ਪੁਰਖ ਸਮਾਇਆ ਹੋਇਆ ਹੈ ਅਤੇ ਮੈਂ ਉਹਦਾ ਧਿਆਨ ਧਰਦਾ ਹਾਂ। ਜਿਵੇਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਮੇਰੀ ਰਸਨਾ ਦੇ ਉੱਪਰ ਪਰਮੇਸ਼ਰ ਦੇ ਜ਼ਿਕਰ ਦਾ ਵਾਸ ਹੈ ਅਤੇ ਮੇਰੇ ਸਵਾਸਾਂ ਦੀ ਮਾਲਾ ਜਿਵੇਂ ਜਿਵੇਂ ਚੱਲਦੀ ਹੈ, ਇੱਕ ਸਵਾਸ ਜਾਂਦਾ ਹੈ ਗਿਰਾਸ ਰੂਪ ਦੇ ਵਿੱਚ ਬਾਹਰ ਆਉਂਦਾ ਹੈ, ਅਤੇ ਜਿਹੜੀ ਬਾਹਰੀ ਤੌਰ 'ਤੇ ਅਸੀਂ ਮਾਲਾ ਪਕੜਦੇ ਹਾਂ, ਹੋ ਸਕਦਾ ਉਹਦੇ ਬਾਹਰੀ ਤੌਰ 'ਤੇ ਮਣਕੇ ਤਾਂ ਚੱਲ ਰਹੇ ਹੋਣ ਪਰ ਹਿਰਦਾ ਕੋਈ ਹੋਰ ਖਿਆਲ ਲੈ ਰਿਹਾ ਹੋਵੇ। ਇਸ ਕਰਕੇ ਮੈਂ ਪਰਮੇਸ਼ਰ ਦਾ ਜ਼ਿਕਰ ਧਾਰਨੀ ਉਹਦੇ ਉੱਪਰ ਕੀਤਾ ਹੈ ਜਿਹਦੇ ਨਾਲ ਸਾਧਨਾ ਕੀਤੀ ਵਧੇਰੇ ਸਫਲ ਹੋਣੀ ਹੈ।
ਹੁਣ ਹੋ ਸਕਦਾ ਹੈ ਕਿ ਜਦੋਂ ਮਨੁੱਖ ਬੰਦਾ ਜ਼ੁਬਾਨ ਤੋਂ ਰਾਮ ਰਾਮ ਕਹਿ ਰਿਹਾ ਹੋਵੇ, ਪਹਿਲੀ ਗੱਲ ਤਾਂ ਇਹ ਹੈ ਕਿ ਬੜੀ ਘੱਟ ਸੰਭਾਵਨਾ ਹੈ ਕਿ ਉਹਦੇ ਹਿਰਦੇ ਵਿੱਚ ਕੋਈ ਦੂਜਾ ਖਿਆਲ ਚੱਲ ਰਿਹਾ ਹੋਵੇ। ਔਰ ਦੂਜੀ ਗੱਲ, ਜਦੋਂ ਭਗਤੀ ਦਾ ਕਰਮ ਅਪਣਾਉਣਾ ਤੇ ਭਗਤੀ ਕਰਮ ਦੇ ਲਈ ਸਾਰਾ ਕੁਝ ਸਾਨੂੰ ਅਕਾਲ ਪੁਰਖ ਨੇ ਪਹਿਲਾਂ ਹੀ ਬਖਸ਼ਿਸ਼ ਕੀਤਾ ਹੋਇਆ ਹੈ। ਜਿਹੜੀ ਮਾਲਾ ਹੈ ਉਹ ਵੀ ਪਹਿਲਾਂ ਹੀ ਬਖਸ਼ਿਸ਼ ਕੀਤੀ ਹੋਈ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਸੰਸਕ੍ਰਿਤੀ ਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਆਉਂਦੇ ਹਨ। ਪਾਵਨ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ, ਜਿਹੀ ਪਣਿਜੋ ਉਤਮ ਸ਼ਲੋਕ ਉਦਰਣੰ ਨੈਣ ਨੰਦਨੀ। ਕਿ ਜੀ ਇੱਕ ਸਵਾਸਾਂ ਦੀ ਮਾਲਾ ਚੱਲਦੀ ਹੈ ਅਤੇ ਤੇਰਾ ਸਰੀਰਕ ਜੀਵਨ ਬਣਿਆ ਰਹਿੰਦਾ ਹੈ। ਜੇ ਤੇਰੇ ਅਧਿਆਤਮਿਕ ਅਰਥਾਂ ਵਿੱਚ ਪਰਮੇਸ਼ਰ ਦੇ ਚਿੰਤਨ ਵਾਲੀ ਜੇ ਮਾਲਾ ਚੱਲੇਗੀ ਤਾਂ ਤੇਰਾ ਅਧਿਆਤਮਿਕ ਜੀਵਨ ਬਣਿਆ ਰਹੇਗਾ ਅਤੇ ਜੀਵਨ ਦੇ ਵੱਡੇ ਅਰਥ ਸਮਝ ਆਉਣਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮੇਰੀ ਸਿਮਰਨੀ। ਇਸ ਕਰਕੇ ਹੁਣ ਇਸ ਅਧਿਆਤਮਿਕ ਮਾਲਾ ਦਾ ਗਹਿਰਾ ਭਾਵ ਸਮਝੀਏ। ਜਦੋਂ ਅਸੀਂ ਆਪਣੀ ਰਸਨਾ ਤੋਂ ਪਹਿਲੀ ਦਫਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹਾਂ ਅਤੇ ਦੁਬਾਰਾ ਉਸੇ ਹੀ ਨਾਦ ਨੂੰ ਅਸੀਂ ਖੁਦ ਸੁਣਦੇ ਹਾਂ, ਤਾਂ ਖੁਦ ਸੁਣ ਕੇ ਜਦੋਂ ਉਹਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਦਾ ਯਤਨ ਕਰਦੇ ਹਾਂ ਅਤੇ ਸਿਮਰਨੀ ਕਰਕੇ ਸਭ ਤੋਂ ਪਹਿਲਾਂ ਜਿਹੜਾ ਹੈ ਮਨ ਦੇ ਭਾਵ, ਮਨ ਦੇ ਭਾਵ ਇਕਾਗਰ ਹੋਣੇ ਸ਼ੁਰੂ ਹੁੰਦੇ ਹਨ। ਭਾਵ ਇਕਾਗਰ ਹੋਣ ਦਾ ਮਤਲਬ ਕੀ ਹੈ ਕਿ ਮਨ ਜਿਨ੍ਹਾਂ ਖਿਆਲਾਂ ਕਰਕੇ ਭਰਮਦਾ ਹੈ, ਉਹ ਜਿਹੜੇ ਖਿਆਲ ਹਨ ਹੌਲੀ ਹੌਲੀ ਸ਼ਾਂਤ ਹੋਣੇ ਸ਼ੁਰੂ ਹੁੰਦੇ ਹਨ ਅਤੇ ਮਨੁੱਖ ਪਰਮੇਸ਼ਰ ਦੀ ਰਾਮ ਰਮੰਤੀ ਰਾਮ ਦੀ ਜਿਹੜੀ ਹਸਤੀ ਹੈ ਉਹਨੂੰ ਇੱਕੋ ਰੂਪ ਦੇ ਵਿੱਚ ਚਿਤਵਦਾ ਹੈ। ਇਹਨੂੰ ਸਰਲ ਜਿਹਾ ਕਹਿਣਾ ਹੋਵੇ ਤਾਂ ਕਿ ਜਦੋਂ ਅਸੀਂ ਰਮੰਤੀ ਰਾਮ ਦਾ ਧਿਆਨ ਧਰਦੇ ਹਾਂ ਉਦੋਂ ਪਹਿਲੇ ਪੱਧਰ 'ਤੇ ਇਹ ਭਾਵ ਬਣਦਾ ਹੈ ਕਿ ਪਰਮੇਸ਼ਰ ਤਾਂ ਇੱਕ ਹੈ, ਰਮੰਤੀ ਰਾਮ ਤਾਂ ਇੱਕ ਹੈ, ਪਰ ਉੱਤੋਂ ਜਿਹੜੇ ਰੂਪ ਪੈਦਾ ਹੋਏ ਨੇ ਉਹ ਅਨੇਕ ਨੇ, ਉਹਦੇ ਤੋਂ ਰੰਗ ਜਿਹੜੇ ਬਣੇ ਹੋਏ ਨੇ ਉਹ ਅਨੇਕ ਨੇ। ਫਿਰ ਕੀ ਇਹਨਾਂ ਵਿੱਚ ਇੱਕ ਕਿਵੇਂ ਹੈ ਉਹ? ਤਾਂ ਫਿਰ ਮਨ ਦੇ ਭਾਵ ਸਿਮਰਨ ਦੇ ਸਹਿਤ ਇਹ ਸਮਝਦੇ ਹਨ ਕਿ ਰੂਪ ਰੰਗ ਅਨੇਕ ਨੇ ਪਰ ਅਸਲ ਵਿਦਮਾਨ ਜਿਹੜੀ ਜੋਤ ਹੈ ਉਹ ਇੱਕ ਹੀ ਹੈ। ਇਸ ਕਰਕੇ ਪਹਿਲੀ ਪੱਧਰ 'ਤੇ ਮਨ ਦੇ ਭਾਵ ਇੱਕੋ ਪਰਮੇਸ਼ਰ ਦੀ ਹਸਤੀ ਨੂੰ ਸਿਮਰਨੀ ਰੂਪ ਦੇ ਵਿੱਚ ਦੇਖਦੇ ਹਨ। ਇਸ ਕਰਕੇ ਮਨ ਦੇ ਭਾਵ ਪਹਿਲੇ ਪੱਧਰ 'ਤੇ ਇਵੇਂ ਇਕਾਗਰ ਹੁੰਦੇ ਹਨ। ਫਿਰ ਮਨ ਦੇ ਭਾਵ ਸ਼ੁੱਧ ਹੁੰਦੇ ਹਨ। ਸ਼ੁੱਧ ਹੋਣ ਦਾ ਭਾਵ ਕਿ ਜਿਹੜੀ ਪ੍ਰਤੀਤ ਹੈ, ਹੁਣ ਜਿਵੇਂ ਅਸੀਂ ਸਾਰੇ ਕਹਿੰਦੇ ਹਾਂ ਕਿ ਅਕਾਲ ਪੁਰਖ ਦੀ ਹੋਂਦ ਸਾਰਿਆਂ 'ਚ ਹੈ, ਪਰ ਬੜਿਆਂ ਨਾਲ ਸਾਡਾ ਦਵੰਦ ਵੀ ਹੈ। ਫਿਰ ਮਨ ਦੇ ਭਾਵ ਸ਼ੁੱਧ ਹੁੰਦੇ ਹਨ ਕਿ ਦਵੈਤ ਮਿਟਦਾ ਹੈ ਭਗਤ ਦਾ ਜਦੋਂ ਉਹ ਆਪਣੀ ਇਸ ਮਾਲਾ ਦੇ ਅਭਿਆਸ ਨੂੰ ਧਾਰਨ ਕਰਦਾ ਹੈ। ਤਾਂ ਇਸੇ ਪ੍ਰਕਾਰ ਕਿਉਂਕਿ ਉਹਨੂੰ ਪਤਾ ਹੈ ਕਿ ਜਿਸ ਪਰਮੇਸ਼ਰ ਦੀ ਚਿੰਤਨ ਦਾ, ਜਿਹਦੇ ਜ਼ਿਕਰ ਦਾ ਮੇਰੀ ਜ਼ੁਬਾਨ 'ਤੇ ਵਾਸ ਹੈ, ਉਹਦੀ ਬੰਦਗੀ ਤਾਂ ਪੂਰੀ ਹੋ ਸਕੇਗੀ ਕਿ ਜੇ ਉਹਦੇ ਨਿਰਗੁਣ ਸਰੂਪ ਨੂੰ ਵੀ ਅਰਾਧਾਂਗਾ ਅਤੇ ਖਲਕਤ ਰੂਪ ਦੇ ਵਿੱਚ ਜਿਹੜਾ ਉਹਦਾ ਸਰਗੁਣ ਰੂਪ ਹੈ, ਜੇ ਉਹਦਾ ਵੀ ਅਦਬ ਕਰਾਂਗਾ, ਉਹਦਾ ਵੀ ਇੱਕ ਸਨਮਾਨ ਪ੍ਰਗਟ ਕਰਾਂਗਾ, ਤਾਂ ਮੇਰੀ ਭਗਤੀ ਸਾਧਨਾ ਪੂਰੀ ਹੋਣੀ। ਅਤੇ ਦੂਜਾ ਮਨ ਦੇ ਭਾਵ ਫਿਰ ਇਉਂ ਸ਼ੁੱਧ ਹੁੰਦੇ ਹਨ ਕਿ ਫਿਰ ਭਾਵੇਂ ਉਹ ਸਾਰੀ ਕਾਇਨਾਤ ਦੇ ਵਿੱਚ ਵਿਚਰਦਾ ਹੈ, ਉਹ ਇੱਕੋ ਭਾਵ ਦੇ ਵਿੱਚ ਰਹਿੰਦਾ ਹੈ। ਫਿਰ ਅੱਗੇ ਜਾ ਕੇ ਜਦੋਂ ਮਨ ਦੇ ਭਾਵ ਇਕਾਗਰ ਹੋ ਜਾਂਦੇ ਹਨ, ਸ਼ੁੱਧ ਹੋ ਜਾਂਦੇ ਹਨ, ਫਿਰ ਜਿਹੜਾ ਹੈ ਮਨ ਦੀ ਅਵਸਥਾ ਉੱਪਰ ਉੱਠਣੀ ਸ਼ੁਰੂ ਹੋ ਜਾਂਦੀ ਹੈ ਅਤੇ ਭਗਤ ਦਾ ਚਿੱਤ ਪ੍ਰਬਲ ਹੋ ਜਾਂਦਾ ਹੈ। ਉਹਦੀ ਬੁੱਧੀ ਦਾ ਨਿਰਮਾਣ ਵਿਵੇਕ ਰੂਪ ਦੇ ਵਿੱਚ ਹੋ ਕੇ ਉਹਦਾ ਚਿੱਤ ਪ੍ਰਬਲ ਹੋ ਜਾਂਦਾ। ਫਿਰ ਉਹਦੀ ਚਿੱਤ ਪ੍ਰਬਲ ਹੋਣ ਦਾ ਭਾਵ ਕੀ ਹੈ ਕਿ ਉਹਨੂੰ ਕਿਸੇ ਪ੍ਰਕਾਰ ਵੀ ਕੋਈ ਵੀ ਸੰਕਟ ਪਹੁੰਚਾਇਆ ਜਾਵੇ ਉਹਦਾ ਧੁਰ ਅੰਦਰ ਨਹੀਂ ਡੋਲਦਾ, ਕਿਉਂਕਿ ਉਹਦੇ ਹਿਰਦੇ ਤਲ 'ਤੇ ਪਰਮੇਸ਼ਰ ਦੀ ਯਾਦ ਨੇ ਆਪਣਾ ਵਾਸ ਕਰ ਲਿਆ ਅਤੇ ਉਹਦੇ ਜੀਵਨ ਵਿੱਚ ਇੱਕ ਵੱਡਾ ਬਲ ਪੈਦਾ ਹੋ ਗਿਆ। ਅਤੇ ਜਦੋਂ ਚਿੱਤ ਦੇ ਵਿੱਚ ਪਰਮੇਸ਼ਰ ਰਮ ਜਾਂਦਾ ਹੈ ਫਿਰ ਦੁਨੀਆ ਦੀ ਦੂਜੀ ਕੋਈ ਗੱਲ ਯਾਦ ਨਹੀਂ ਰਹਿੰਦੀ। ਦੁਨੀਆ ਦੀ ਸੁੱਧ ਜਿਹੜੀ ਸੰਸਾਰੀ ਰੂਪ ਵਾਲੀ ਹੈ ਉਹ ਨਹੀਂ ਰਹਿੰਦੀ। ਤਾਂ ਫਿਰ ਇੱਕ ਸਮਾਂ ਆਉਂਦਾ ਹੈ ਜਦੋਂ ਆਪਣੀ ਸੁੱਤ ਕਰਕੇ ਪਰਮੇਸ਼ਰ ਭਗਤ ਵਿੱਚ ਵਾਸ ਹੋ ਜਾਂਦਾ, ਬਿਲਕੁਲ ਅਭੇਦ ਹੋ ਜਾਂਦਾ ਜਿਉਂਦੇ ਜੀ, ਅਤੇ ਉਹ ਵਾਕ ਕਹਿ ਦਿੰਦਾ ਹੈ, ਸੋ ਕਬੀਰ ਰਾਮੈ ਹੋਏ ਨਿਬਰਿਓ, ਕਿ ਰਾਮ ਰਾਮ ਕਰਦਿਆਂ ਚਿੰਤਨ ਕਰਦਿਆਂ ਆਖਰ ਉਹ ਕਬੀਰ ਰਾਮ ਸਰੂਪ ਹੋ ਕੇ ਹੀ ਪ੍ਰਵਾਨ ਹੋ ਗਏ ਹਨ। ਇਹਦਾ ਭਾਵ ਹੈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਇਹ ਸ਼ਲੋਕ ਜੇ ਸਰਲ ਅਰਥਾਂ ਦੇ ਭਾਵ ਵਿੱਚ ਲਈਏ ਤਾਂ ਇੱਕ ਪੰਕਤੀ 'ਚ ਵਿਆਖਿਆ ਪੂਰੀ ਹੋ ਜਾਂਦੀ ਹੈ, ਪਰ ਜੇ ਇਹਦੇ ਸਿਮਰਨੀ ਅਤੇ ਰਾਮ ਦੇ ਭਾਵ ਵਿੱਚੋਂ ਗਹਿਰੇ ਅਰਥ ਵਾਚਣ ਦਾ ਯਤਨ ਕਰੀਏ ਤਾਂ ਫਿਰ ਸਮਝ ਆਏਗਾ ਕਿ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੀ ਜਿੰਨੀ ਸਾਧਨਾ ਹੈ ਉਹ ਇਸ ਸ਼ਲੋਕ ਦੇ ਵਿੱਚ ਇੱਕ ਦੋ ਪੰਕਤੀਆਂ ਦੇ ਵਿੱਚ ਪ੍ਰਗਟ ਕਰ ਦਿੱਤੀ ਹੈ ਕਿ ਮੇਰੀ ਪੂਜਾ ਦਾ ਢੰਗ ਕੀ ਹੈ, ਮੈਂ ਪੂਜਾ ਦੇ ਲਈ ਵਿਧੀ ਕਿਹੜੀ ਅਪਣਾਉਂਦਾ ਹਾਂ ਅਤੇ ਉਸ ਵਿਧੀ ਦੇ ਵਿੱਚ ਜਿਸ ਪਰਮੇਸ਼ਰ ਨੂੰ ਆਰਾਧਿਆ ਜਾਂਦਾ ਉਹਦਾ ਰੂਪ ਕੀ ਹੈ।
ਇਹ ਤਿੰਨ ਨੁਕਤੇ ਇੱਕੋ ਪੰਕਤੀ ਵਿੱਚ ਸਪਸ਼ਟ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਹੁਣ ਇਹਦੇ ਵਿੱਚ ਦੋ ਗੱਲਾਂ ਨੇ। ਇਹ ਗੱਲ ਮੰਨ ਸਕਦੇ ਆ ਕਿ ਜਦੋਂ ਭਗਤ ਰਾਮਾਨੰਦ ਜੀ ਨੇ ਭਗਤ ਕਬੀਰ ਸਾਹਿਬ ਜੀ ਨੂੰ ਰਾਮ ਰਾਮ ਜਪਣ ਦਾ ਗੱਲ ਕਹੀ, ਉਹਨਾਂ ਨੇ ਕਰਮ ਧਾਰਨ ਕਰ ਲਿਆ ਹੋਵੇਗਾ। ਜਦੋਂ ਬੰਦਗੀ ਦੇ ਅਭਿਆਸ ਵਿੱਚ ਉਹ ਪੈ ਗਏ, ਹਰ ਵੇਲੇ ਰਾਮ ਰਾਮ ਦੀ ਧੁਨ ਲਗਾਉਂਦੇ ਹਨ ਅਤੇ ਉਹਨਾਂ ਦੀ ਸਾਧਨਾ ਦੇਖੋ ਕਿੱਡੀ ਵੱਡੀ ਚਲੀ ਜਾਂਦੀ ਹੈ। ਬਾਣੀ ਪੜ੍ਹ ਕੇ ਦੇਖੋ ਭਗਤ ਕਬੀਰ ਸਾਹਿਬ ਜੀ ਦੀ, ਉਹਦੇ ਵਿੱਚ ਆਖਦੇ ਨੇ ਜਬ ਲਗ ਧਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਉਹ ਕਹਿੰਦੇ ਮੇਰੇ ਮਾਤਾ ਪਿਤਾ ਨੇ ਮੈਨੂੰ ਜਲਾਹੇ ਦੀ ਕਿਰਤ ਵਾਲੇ ਪਾਸੇ ਲਗਾਇਆ ਹੋਇਆ ਹੈ ਅਤੇ ਉਹ ਜਦੋਂ ਨਾਲੀ ਦੇ ਵਿੱਚੋਂ ਫੂਕ ਮਾਰ ਕੇ ਧਾਗਾ ਖਿੱਚਣਾ ਪੈਂਦਾ ਡੋਰੀ ਅੱਗੇ ਪੂਰੀ ਕਰਨ ਦੇ ਲਈ, ਤਾਂ ਕਹਿੰਦੇ ਉਹ ਫੂਕ ਮਾਰਨ ਦੇ ਲਈ ਮੈਨੂੰ ਜਿਹੜਾ ਆਪਣੀ ਜ਼ੁਬਾਨ ਤੋਂ ਰਾਮ ਕਹਿਣਾ ਛੱਡਣਾ ਪੈਂਦਾ ਹੈ। ਇਸ ਕਰਕੇ ਕਿਰਤ ਵੀ ਮੇਰੀ ਥੋੜ੍ਹੀ ਜਿਹੀ ਬਾਧਾ ਬਣ ਰਹੀ ਹੈ। ਦੇਖੋ ਇੰਨੀ ਇੰਟੈਂਸ ਜਿਹੜੀ ਭਗਤੀ ਹੈ ਕਿਹੜਾ ਕਰਦਾ ਹੈ ਮਨੁੱਖ। ਤਾਂ ਇਸੇ ਪ੍ਰਕਾਰ ਫਿਰ ਭਗਤ ਕਬੀਰ ਸਾਹਿਬ ਜੀ ਆਖਦੇ ਰਸਨਾ ਉੱਪਰ ਰਾਮ। ਜਦੋਂ ਉਹਨਾਂ ਦੇ ਅੰਦਰ ਰਸ ਬਣਨਾ ਸ਼ੁਰੂ ਹੋ ਗਿਆ ਭਗਤੀ ਦਾ, ਫਿਰ ਕਿਉਂਕਿ ਮਨ ਦੀਆਂ ਜੀਵਨ ਦਾ ਸਾਰਾ ਅੰਦਰਲਾ ਅਧਿਆਤਮਿਕ ਪ੍ਰਪੇਖ ਸਮਝਣਾ ਸੀ, ਫਿਰ ਬੜਾ ਸਪਸ਼ਟ ਹੋ ਸਕਦਾ ਹੈ ਕਿ ਉਹ ਫਿਰ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਜਾ ਕੇ ਬਹਿੰਦੇ ਹੋਣਗੇ, ਉੱਥੇ ਆਪਣੀ ਗਿਆਨ ਰੂਪ ਗੋਸ਼ਟ ਕਰਦੇ ਹੋਣਗੇ। ਉਸ ਗੋਸ਼ਟ ਦੇ ਵਿੱਚੋਂ ਦੂਜਿਆਂ ਦੇ ਅਨੁਭਵ ਤੋਂ ਜਾਣੂ ਹੁੰਦੇ ਹੋਣਗੇ। ਜਦੋਂ ਉਹਨਾਂ ਦੇ ਅਨੁਭਵ ਤੋਂ ਜਾਣੂ ਹੁੰਦੇ ਹੋਣਗੇ, ਫਿਰ ਆਪਣੀ ਬੰਦਗੀ ਅਭਿਆਸ ਦੇ ਨਾਲ ਉਹਨਾਂ ਦਾ ਇੱਕ ਮੌਲਿਕ ਅਨੁਭਵ ਪੈਦਾ ਹੁੰਦਾ ਹੋਏਗਾ, ਜਿਹਦੇ ਵਿੱਚ ਉਹਨਾਂ ਦੇ ਤਮਾਮ ਗੁਰਬਾਣੀ ਦੇ ਉਪਦੇਸ਼ ਜਿਹੜੇ ਹਨ ਸਾਨੂੰ ਪ੍ਰਾਪਤ ਹੁੰਦੇ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਤਾਂ ਹੁਣ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਰਸਨਾ ਸ਼ਬਦ ਵਰਤਿਆ, ਇਹਦੇ ਵੀ ਅਰਥ ਗਹਿਰੇ ਹਨ। ਹੁਣ ਅਸੀਂ ਰਸਨਾ ਸਮਝਦੇ ਜ਼ੁਬਾਨ ਨੂੰ, ਪਰ ਸਾਡਾ ਸਾਰਾ ਸਰੀਰ ਸਾਨੂੰ ਰਸ ਦਾ ਬੋਧ ਦਿੰਦਾ ਹੈ। ਉਹਦਾ ਭਗਤ ਕਬੀਰ ਸਾਹਿਬ ਜੀ ਦਾ ਭਾਵ ਹੈ ਰਸਨਾ ਉੱਪਰ ਰਾਮ ਦਾ ਭਾਵ ਹੈ ਕਿ ਜੋ ਮੈਂ ਦੇਖਦਾ ਹਾਂ ਉਹ ਵੀ ਇੱਕੋ ਰੂਪ 'ਚ ਹੀ ਦੇਖਦਾ ਹਾਂ। ਇਹ ਨਹੀਂ ਕਿ ਇਕੱਲਾ ਮੇਰੇ ਹਿਰਦੇ ਵਿੱਚ ਇਹ ਹੈ ਕਿ ਰੱਬ ਇੱਕ ਹੈ ਅਤੇ ਸਾਰੇ 'ਚ ਪਸਰਿਆ ਹੋਇਆ ਹੈ। ਮੇਰੇ ਦੇਖਣ ਵਾਲੀ ਦ੍ਰਿਸ਼ਟੀ ਦੇ ਵਿੱਚ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮੇਰੀ ਦ੍ਰਿਸ਼ਟੀ ਦੇ ਵਿੱਚ ਦੇਖਣ ਵੇਲੇ ਵੀ ਇੱਕੋ ਹੀ ਭਾਵ ਰਹਿੰਦਾ ਹੈ। ਇਕੱਲਾ ਮੇਰੀ ਜ਼ੁਬਾਨ 'ਤੇ ਰੱਬ ਇੱਕ ਨਹੀਂ ਹੈ, ਉਹ ਮੇਰੀ ਦੇਖਣ ਵਾਲੀ ਦ੍ਰਿਸ਼ਟੀ 'ਚ ਇੱਕ ਹੈ। ਜਦੋਂ ਸੁਣਦਾ ਹਾਂ ਉਦੋਂ ਵੀ ਇੱਕ ਨੂੰ ਸੁਣਦਾ ਹਾਂ, ਭਾਵ ਕਿ ਭਾਵੇਂ ਦੁਨੀਆ ਦੇ ਬੜੀਆਂ ਜ਼ੁਬਾਨਾਂ ਦੇ ਲੋਕ ਇਕੱਠੇ ਹੋ ਕੇ ਪਰਮੇਸ਼ਰ ਦੇ ਵੱਖੋ ਵੱਖਰੇ ਨਾਮ ਕਹਿੰਦੇ ਹਨ, ਪਰ ਜਦੋਂ ਮੈਂ ਉਹਨਾਂ ਨੂੰ ਸੁਣਦਾ ਤਾਂ ਮੈਂ ਇੱਕੋ ਰੂਪ ਦੇ ਵਿੱਚ ਸੁਣਦਾ ਹਾਂ। ਉਹਨੂੰ ਇਸ ਰੂਪ ਦੇ ਵਿੱਚ ਸੁਣਦਾ ਹਾਂ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੂਰਬ ਲਾ। ਕੇ ਭਾਵੇਂ ਕੋਈ ਤੈਨੂੰ ਅੱਲਾ ਕਹਿ ਰਿਹਾ ਹੈ, ਹੁਣ ਇਸ ਕੋਲ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚ ਰਾਮ ਸ਼ਬਦ ਵੀ ਆਉਂਦਾ ਹੈ, ਅੱਲਾ ਵੀ ਆਉਂਦਾ ਹੈ। ਆਮ ਸ਼ਬਦ ਅਸੀਂ ਪੜ੍ਹਦੇ ਹਾਂ ਰੋਜ਼ਾਨਾ, ਅਵਲ ਅੱਲ੍ਹ ਨੂਰ ਪਾਇਆ। ਹੁਣ ਜਿਹੜੀ ਰਸਨਾ ਉੱਪਰ ਰਾਮ ਦਾ ਭਾਵ ਹੈ ਕਿ ਭਗਤ ਨੇ ਇਕੱਲਾ ਇਹ ਐਲਾਨ ਨਹੀਂ ਕੀਤਾ ਕਿ ਮੈਂ ਇੱਕ ਪਰਮੇਸ਼ਰ ਨੂੰ ਮੰਨਦਾ ਹਾਂ, ਉਹਦੀ ਸਾਰੀ ਸਾਧਨਾ ਇੱਕ ਦੇ ਵਿੱਚ ਪ੍ਰਵਿਰਤ ਹੋ ਗਈ ਹੈ। ਉਹ ਦੇਖਣ ਵਿੱਚ ਵੀ ਇੱਕ ਦ੍ਰਿਸ਼ਟੀ ਹੈ, ਇੱਕੋ ਭਾਵ ਹੈ, ਸੁਣਨ ਵਿੱਚ ਵੀ ਇੱਕੋ ਭਾਵ ਹੈ ਅਤੇ ਵਰਤਣ ਦੇ ਵਿੱਚ ਵੀ ਇੱਕੋ ਭਾਵ ਹੈ। ਔਰ ਉਹਨਾਂ ਦੀ ਦੇਖੋ ਕਿੱਡੀ ਵੱਡੀ ਉੱਚਤਾ ਚਲੀ ਜਾਂਦੀ ਹੈ ਇੱਕੋ ਭਾਵ ਵਾਲੀ। ਇੱਕ ਜਗ੍ਹਾ ਆਖਦੇ ਹਨ ਕਿ ਕਾਸੀ ਮਗਹਰ ਸਮ ਵਿਚਾਰੀ, ਕਿ ਦੁਨੀਆ ਨੇ ਦ੍ਰਿਸ਼ਟੀਕੋਣ ਬਣਾਏ ਨੇ, ਕਾਂਚੀ ਬੜੀ ਪਵਿੱਤਰ ਹੈ, ਮਗਹਰ ਬੜਾ ਅਪਵਿੱਤਰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਲਈ ਇਹ ਸਮ ਹੋ ਗਏ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਸਨਾ ਉੱਪਰ ਰਾਮ। ਮੇਰੀ ਦੇਖਣੀ, ਮੇਰੀ ਸੁਣਨੀ, ਮੇਰੇ ਮਹਿਸੂਸ ਕਰਨ ਵਿੱਚ, ਮੇਰੇ ਚੱਲਣ ਵਿੱਚ ਸਾਰੇ ਪਾਸੇ ਪਰਮੇਸ਼ਰ ਦੇ ਜੀਵੰਤ ਰੂਪ ਦਾ ਅਭਿਆਸ ਹੈ। ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਕੋਈ ਅੱਜ ਦੀ ਸਾਧਨਾ ਨਹੀਂ ਹੈ। ਆਦਿ ਜੁਗਾਦੀ ਜਦੋਂ ਤੋਂ ਇਹ ਬ੍ਰਹਿਮੰਡ ਦੀ ਰਚਨਾ ਆਰੰਭ ਹੋਈ ਹੈ, ਜਿਹੜੇ ਭਗਤੀ ਕਰਮ ਵਿੱਚ ਪਏ ਹਨ, ਉਹਨਾਂ ਸਾਰੇ ਜਿਹੜੇ ਠੀਕ ਭਗਤੀ ਕਰਮ ਵਿੱਚ ਪਏ ਹਨ, ਉਹਨਾਂ ਨੇ ਇਸੇ ਹੀ ਸਿਮਰਨੀ ਦਾ ਸਹਾਰਾ ਲਿਆ ਹੈ। ਇਸੇ ਸਿਮਰਨੀ ਦੇ ਪ੍ਰਯੋਗ ਦੇ ਨਾਲ ਅਕਾਲ ਪੁਰਖ ਦੇ ਨਾਲ ਅਭੇਦ ਹੋਏ ਹਨ। ਇਹ ਤਾਂ ਧਾਰਮਿਕ ਰੂਪ ਹੈ ਜਿਹੜਾ ਇਸ ਤਰ੍ਹਾਂ ਦੀਆਂ ਵਿਧੀਆਂ ਬਣਾਉਂਦਾ ਹੈ। ਹੁਣ ਇਸੇ ਪ੍ਰਕਾਰ ਕਰਕੇ ਜਿਵੇਂ ਦੇਖੋ ਇਹਦੇ ਵਿੱਚ ਇੱਕ ਟਕਰਾਅ ਵੀ ਹੈ ਕਿ ਉਹ ਸਨਾਤਨ ਮੱਤ ਵਾਲੇ ਤੁਲਸੀ ਦੀ ਮਾਲਾ ਪਕੜਦੇ ਹਨ ਅਤੇ ਜਿਹੜੇ ਇਸਲਾਮ ਵਾਲੇ ਹਨ ਉਹ ਕਿਸੇ ਹੋਰ ਤਰੀਕੇ ਕਾਲੇ ਰੰਗ ਦੀ ਪਕੜਦੇ ਹਨ ਤਸਬੀਹ, ਅਤੇ ਇਹਨਾਂ ਤਲ ਤੋਂ ਵੀ ਵਖਰੇਵਾਂ ਸਮਝ ਆਉਂਦਾ ਸੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਇਸ ਦਾ ਭਾਵ ਸੀ ਕਿ ਜੇ ਕਿਸੇ ਨੂੰ ਮਾਲਾ ਦੇ ਨੁਕਤੇ ਦੇ ਤੌਰ ਪਰਮੇਸ਼ਰ ਦੇ ਨਾਲ ਜੋੜਨਾ, ਅਤੇ ਪਹਿਲਾਂ ਗੱਲ ਮਾਲਾ ਹੀ ਉਹ ਪਕੜਾ ਦਿਓ ਜਿਹੜੀ ਹਰ ਕੋਲੋਂ ਇੱਕੋ ਜਿਹੀ ਹੈ। ਹਰ ਕੋਲੋਂ ਇੱਕੋ ਜਿਹੀ ਦਾ ਮਤਲਬ ਕੀ ਹੈ ਕਿ ਜ਼ੁਬਾਨ ਸਾਰਿਆਂ ਕੋਲ ਇੱਕੋ ਜਿਹੀ ਹੈ, ਉਹਦੀ ਆਵਾਜ਼ ਵੀ ਇੱਕੋ ਜਿਹੀ ਹੈ। ਉਹ ਠੀਕ ਹੈ ਕਿ ਆਵਾਜ਼ ਦੀ ਜਿਹੜੀ ਮੋਟਾਈ ਹੈ ਕੁਝ ਬਾਰੀਕ ਹੋ ਸਕਦੀ ਹੈ, ਪਰ ਹੈ ਤਾਂ ਸਾਰਿਆਂ ਦੇ ਕੋਲੋਂ। ਕਿਸੇ ਪ੍ਰਕਾਰ ਜਿਵੇਂ ਹੁਣ ਉਹਦਾ ਇੱਕ ਹੋਰ ਭਾਵ ਹੈ ਕਿ ਜਿਹੜੇ ਬ੍ਰਾਹਮਣ ਕੁੱਲ ਵਾਲੇ ਸਨ ਉਹ ਇੱਕ ਸਮੇਂ 'ਤੇ ਜਾ ਕੇ ਸਮਝਦੇ ਸਨ ਕਿ ਜਿਹੜੀ ਮਾਲਾ ਪਕੜਨ ਦਾ ਅਧਿਕਾਰ ਇਕੱਲਾ ਬ੍ਰਾਹਮਣ ਦੇ ਕੋਲ ਹੈ,
ਤਾਂ ਇਸੇ ਪ੍ਰਕਾਰ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਫਿਰ ਭਗਤੀ ਸੀਮਤ ਹੋ ਗਈ। ਜੇ ਰਮੰਤੀ ਰਾਮ ਸਾਰੇ ਪਾਸੇ ਵਿਆਪਕ ਹੈ ਤੇ ਉਹਦੀ ਮਾਲਾ ਵੀ ਸਾਰੇ ਪਾਸੇ ਵਿਆਪਕ ਹੋਣੀ ਚਾਹੀਦੀ ਹੈ। ਫਿਰ ਇਸ ਕਰਕੇ ਉਹਨਾਂ ਨੇ ਇਸ ਕਰਮ ਦੀ ਚੋਣ ਕੀਤੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਦ ਜੁਗਾਦੀ, ਆਦ ਕਾਲ ਤੋਂ ਧਰੂ ਭਗਤ ਤੋਂ ਲੈ ਕੇ ਕਲਯੁਗ ਦੇ ਸਮੇਂ ਜਾਂ ਅੱਜ ਤੱਕ ਜਿਹੜੇ ਠੀਕ ਰੂਪ ਦੇ ਵਿੱਚ ਭਗਤੀ ਮਾਰਗ 'ਤੇ ਚੱਲੇ ਹਨ ਉਹਨਾਂ ਨੇ ਇਹੀ ਮਾਲਾ ਧਾਰਨ ਕੀਤੀ ਹੈ, ਕਿਉਂਕਿ ਇਹਦੇ ਨਾਲ ਹੀ ਬਾਕੀ ਸਾਰਾ ਪਰਿਵਰਤਨ ਹੋਣਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਕੋਈ ਗੱਲ ਯਾਦ ਕਰਦੇ ਹਾਂ, ਪਹਿਲਾਂ ਆਪਣੀ ਜ਼ੁਬਾਨ ਤੋਂ ਉਚਾਰਦੇ ਹਾਂ, ਜਦੋਂ ਯਾਦ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਸਾਡੀ ਆਪਣੀ ਕੰਸੈਪਸ਼ਨ ਬਣਨੀ ਸ਼ੁਰੂ ਹੋ ਜਾਂਦੀ ਹੈ, ਫਿਰ ਸਾਡਾ ਆਪਣਾ ਅਨੁਭਵ ਬਣਦਾ ਹੈ ਅਤੇ ਫਿਰ ਉਹ ਸਾਡੇ ਜੀਵਨ ਦੀ ਨਿਆਮਤ ਬਣਦੀ ਹੈ। ਤਾਂ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਦ ਜੁਗਾਦੀ ਸਗਲ ਭਗਤ। ਇਹਦਾ ਮਤਲਬ ਹੈ ਕਿ ਜੇ ਕਿਸੇ ਹੋਰ ਭਗਤਾਂ ਨੇ ਸਾਧਨਾ ਕਿਸੇ ਹੋਰ ਰੂਪ ਦੇ ਵਿੱਚ ਜੇ ਸਮਝ ਲਓ ਕੀਤੀ ਹੋਵੇ, ਪਰ ਉਹਦਾ ਅੰਤਮ ਭਾਵ ਇਹੀ ਹੈ ਕਿ ਉਹਨਾਂ ਨੇ ਸਿਮਰਨ ਦਾ ਇਹੀ ਢੰਗ ਬਣਾਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾ ਕੋ ਸੁਖ ਵਿਸਰਾਮ, ਅਤੇ ਇਸੇ ਮਾਲਾ ਦੇ ਸਿਮਰਨੇ ਕਰਕੇ ਉਹਨਾਂ ਦੇ ਜੀਵਨ ਵਿੱਚ ਸੁੱਖ ਦਾ ਭਾਵ ਅਧਿਆਤਮਿਕ ਸੁੱਖ, ਆਤਮਿਕ ਸੁੱਖ ਪ੍ਰਗਟਿਤ ਹੁੰਦਾ ਹੈ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਪਹਿਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਨਿਰਗੁਣ ਭਗਤੀ ਪੂਜਾ ਦਾ ਸਿਧਾਂਤ ਸਮਝਾਇਆ ਹੈ ਕਿ ਜਿਹੜੀ ਅਸਲ ਮਾਲਾ ਹੈ ਉਹ ਆਪਣੀ ਰਸਨਾ ਤੇ ਪਰਮੇਸ਼ਰ ਦਾ ਨਾਮ ਵਸਾ ਕੇ ਆਪਣੇ ਹਿਰਦੇ ਦੀ ਮਨ ਦੀ ਸਾਧਨਾ ਕਰਨੀ ਹੈ। ਦੂਜੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਬੀਰ ਮੇਰੀ ਜਾਤ ਕਹੋ। ਭਗਤ ਕਬੀਰ ਸਾਹਿਬ ਜੀ ਜੁਲਾਹੇ ਕੁਲ ਦੇ ਵਿੱਚੋਂ ਸਨ। ਜੁਲਾਹੇ ਬਰਾਦਰੀ ਜਿਹੜੇ ਕਿਰਤ ਕਰਨ ਵਾਲੇ ਸਨ ਉਹਨਾਂ ਦੇ ਵਿੱਚੋਂ, ਉਸ ਪਰਿਵਾਰ ਦੇ ਵਿੱਚ ਉਹਨਾਂ ਦੀ ਪਾਲਣਾ ਪੋਸ਼ਣਾ ਹੋਈ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਜਾਤ ਕੋ, ਜਿਹੜੀ ਮੇਰੀ ਜਾਤ ਜੁਲਾਹਾ ਕਹੀ ਜਾਂਦੀ ਹੈ, ਸਭ ਕੋ ਹਸਨੇ ਹਾਰੇ, ਹਾਸੇ ਦੀ ਪਾਤਰ ਹੈ। ਸਮਾਜ ਦੇ ਵਿੱਚ ਜਦੋਂ ਜੁਲਾਹੇ ਨਾਮ ਦਾ ਜ਼ਿਕਰ ਆ ਜਾਵੇ ਲੋਕ ਮਖੌਲ ਉਡਾਉਂਦੇ ਨੇ। ਮੈਂ ਕੱਲ੍ਹ ਇਸ ਸੰਬੰਧ ਦੇ ਵਿੱਚ ਪੜ੍ਹ ਰਿਹਾ ਸੀ ਤਾਂ ਬੜੀਆਂ ਗੱਲਾਂ ਪ੍ਰਚਲਿਤ ਕੀਤੀਆਂ ਹੋਈਆਂ ਨੇ ਜੁਲਾਹਿਆਂ ਬਾਰੇ ਕਿ ਇਹ ਕਿਵੇਂ ਮਤਲਬ ਹੀਣੇ ਹੁੰਦੇ ਨੇ, ਇੱਕ ਹੀ ਪ੍ਰਮਾਣ ਆਪਦੇ ਸਨਮ ਰੱਖਾਂਗਾ ਵਧੇਰੇ ਨਹੀਂ। ਕਹਿੰਦੇ ਜੁਲਾਹੇ ਕੁਲ ਦੇ ਨਾਲ ਸੰਬੰਧਿਤ 10 ਲੋਕ ਇੱਕ ਵਾਰੀ ਨਦੀ ਪਾਰ ਕਰਨ ਲੱਗ ਪਏ। ਤਾਂ ਨਦੀ ਪਾਰ ਕਰਕੇ ਜਦੋਂ ਪਹਿਲਾਂ ਆਰੰਭ ਨਦੀ ਪਾਰ ਕਰਨ ਲੱਗੇ ਤਾਂ ਕਹਿੰਦੇ ਗਿਣਤੀ ਕਰ ਲਓ ਅਸੀਂ ਕਿੰਨੇ ਆ, ਕਿਤੇ ਕੋਈ ਪਾਣੀ ਵਿੱਚ ਰੁੜ ਨਾ ਜਾਵੇ। ਗਿਣਤੀ ਕਰ ਲਈ 10 ਸਨ। ਪਾਰ ਕਰਕੇ ਲੰਘੇ ਤਾਂ ਜਦੋਂ ਪਾਰ ਲੰਘੇ ਤਾਂ ਗਿਣਤੀ ਕਰਨ ਲੱਗੇ, ਜਿਹੜਾ ਗਿਣਤੀ ਕਰੇ ਉਹ ਆਪਣੇ ਆਪ ਨੂੰ ਵਿੱਚ ਨਾ ਗਿਣੇ। ਵਿਚਾਰੇ ਰੋਣ ਲੱਗ ਪਏ ਇਸੇ ਕਰਕੇ ਕਿ ਸਾਡਾ ਤਾਂ ਇੱਕ ਜਿਹੜਾ ਭਾਈ ਉਹ ਪਾਣੀ ਵਿੱਚ ਰੁੜ ਗਿਆ। ਬੜੀ ਮਾੜੀ ਗੱਲ ਹੋਈ, ਸਾਡਾ ਇੱਕ ਭਰਾ ਘਟ ਗਿਆ, ਸਾਡਾ ਇੱਕ ਸੰਗੀ ਸਾਥੀ ਘਟ ਗਿਆ। ਰੋਈ ਜਾਣ, ਉੱਥੇ ਬੈਠੇ ਬੜੇ ਚਿੰਤਾ ਵਿੱਚ ਸਨ। ਕੋਈ ਇੱਕ ਹੋਰ ਇਨਸਾਨ ਨੇੜਿਓਂ ਫਿਰ ਨਦੀ ਪਾਰ ਕਰਨ ਲੱਗਾ ਤਾਂ ਉਹਨੇ ਸੋਚਿਆ ਰੋ ਰਹੇ। ਨੇੜੇ ਜਾ ਕੇ ਕਹਿਣ ਲੱਗਾ ਭਾਈ ਕੀ ਗੱਲ ਹੋਈ, ਰੋ ਰਹੇ ਹੋ, ਕੋਈ ਵਿਪਦਾ ਬਣ ਗਈ? ਕਹਿਣ ਲੱਗੇ ਹਾਂ ਸਾਡਾ ਇੱਕ ਭਰਾ ਸੀ, ਅਸੀਂ ਨਦੀ ਪਾਰ ਕਰਨ ਲੱਗਿਆਂ 10 ਸਾਂ, ਜਦੋਂ ਨਦੀ ਪਾਰ ਕਰਕੇ ਆਏ 9 ਰਹਿ ਗਏ, ਵਿੱਚ ਰੁੜ ਗਿਆ। ਇਸ ਕਰਕੇ ਸਾਡੇ ਭਾਈ ਰੁੜ ਗਿਆ, ਇਸ ਕਰਕੇ ਅਸੀਂ ਚਿੰਤਾ ਵਿੱਚ ਹਾਂ। ਉਹਨੇ ਨਜ਼ਰ ਮਾਰ ਕੇ ਦੇਖਿਆ ਤਾਂ 10 ਪੂਰੇ ਨੇ। ਤਾਂ ਉਹ ਕਹਿਣ ਲੱਗਾ ਕਿ ਤੁਸੀਂ ਤਾਂ ਪੂਰੇ ਹੋ, 10 ਦੇ 10 ਹੀ। ਉਹ ਕਹਿਣ ਲੱਗੇ ਨਹੀਂ ਜੀ ਅਸੀਂ ਘੱਟ ਹਾਂ। ਉਹਨੇ ਉਸੇ ਪ੍ਰਕਾਰ ਗਿਣਤੀ ਕਰਨ ਵਾਲੇ ਨੂੰ ਵੀ ਵਿੱਚ ਗਿਣ ਕੇ ਜਦੋਂ 10 ਪੂਰੇ ਕਰ ਦਿੱਤੇ, ਉਹ ਬੜੇ ਖੁਸ਼ ਹੋਏ ਕਿ ਅਸੀਂ 10 ਪੂਰੇ ਹੋ ਗਏ ਹਾਂ। ਅਤੇ ਇਸੇ ਪ੍ਰਕਾਰ ਬੜੀਆਂ ਮੈਂ ਦੇਖ ਰਿਹਾ ਸੀ ਗੱਲ ਵੀ ਬਹੁਤ ਜ਼ਿਆਦਾ ਪ੍ਰਚਲਿਤ ਨੇ ਗੱਲਾਂ ਇਸ ਤਰ੍ਹਾਂ ਦੀਆਂ। ਤਾਂ ਕਹਿਣ ਲਓ ਜਦੋਂ ਪੂਰੇ ਹੋ ਗਏ ਤਾਂ ਫਿਰ ਪਤਾ ਲੱਗਾ ਕਿ ਥੋੜ੍ਹੇ ਭੋਲੀ ਭਾਵ ਮੱਤ ਵਾਲੇ ਲੋਕ ਹੁੰਦੇ ਹਨ ਅਤੇ ਇਸ ਪ੍ਰਕਾਰ ਇਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਸ ਸਮੇਂ ਦੇ ਵਿੱਚ ਇੱਕ ਮਸ਼ਕਰੀ ਜੀ ਬਣੀ ਹੁੰਦੀ ਸੀ। ਅੱਜ ਵੀ ਕਦੇ ਆਪ ਜੀ ਜਾਤਾਂ ਪਾਤਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਨਾ, ਕਈ ਵਾਰੀ ਮਿਲ ਜਾਂਦੀਆਂ ਬੜੀਆਂ ਪੁਸਤਕਾਂ ਐਸੀਆਂ। ਤਾਂ ਜਿਹੜੇ ਮੈਂ ਕਈ ਵਾਰੀ ਦੇਖਦਾ ਨਾ ਸਾਡੇ ਪੰਜਾਬ 'ਚ ਕਈ ਲੋਕ ਜਾਤੀ ਪਾਤੀ ਦਾ ਬੜਾ ਅਭਿਮਾਨ ਕਰਦੇ ਨੇ, ਪਰ ਉਹਨਾਂ ਹੀ ਜਾਤਾਂ ਦੇ ਮੈਂ ਇਤਿਹਾਸ ਦੇ ਵਿੱਚ ਇੱਕ ਟੋਟਕੇ ਪੜ੍ਹੇ ਹੋਏ ਨੇ, ਬੜੇ ਘਾਤਕ ਨੇ। ਜੇ ਕਿਤੇ ਸੁਣ ਲੈਣ ਤਾਂ ਆਪਣੀ ਜਾਤ 'ਤੇ ਮਾਣ ਕਰਨਾ ਛੱਡ ਦੇਣ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਜਾਤ ਨੂੰ ਹਾਸੇ ਦੀ ਪਾਤਰ ਬਣਾਇਆ ਜਾਂਦਾ ਹੈ ਕਿ ਮਤਲਬ ਕਿਤੇ ਜੁਲਾਹਿਆਂ ਦਾ ਬੱਚਾ, ਉਹਨਾਂ ਦਾ ਮੈਂਬਰ ਕਿਤੋਂ ਗੁਜ਼ਰਿਆ ਹੋਵੇ ਅਤੇ ਲੋਕ ਟੋਟਕਾ ਬਣਾ ਕੇ ਉਹਦੇ ਉੱਪਰ ਘੜਦੇ ਨੇ, ਉਹਦੇ ਉੱਪਰ ਤਨਜ ਕਰਦੇ ਨੇ ਕਿ ਇਹਨਾਂ ਨੂੰ ਕੋਈ ਸਮਝ ਨਹੀਂ ਹੁੰਦੀ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਮੇਰੀ ਕੁੱਲ ਵਾਲੇ ਨਿਰਾਸ਼ਾ ਭਾਵ ਸੀ ਕਿ ਮੇਰੇ ਕੁੱਲ ਦੇ ਲੋਕ, ਮੇਰੀ ਜਾਤ ਦੇ ਲੋਕ, ਕਿਉਂਕਿ ਭਗਤ ਜਾਤ ਪਾਤ ਤੋਂ ਉੱਪਰ ਹੈ, ਪਰ ਉਸ ਜਾਤ ਨੂੰ ਜਿਸ ਵੀ ਕੁੱਲ ਵਿੱਚ ਪ੍ਰਗਟ ਹੋਇਆ ਉਹਨੂੰ ਉੱਚਾ ਚੁੱਕ ਦਿੰਦਾ ਹੈ। ਤਾਂ ਕਹਿਣ ਲੱਗੇ ਕਿ ਮੇਰੀ ਕੁੱਲ ਦੇ ਲੋਕ ਇਸ ਨਿਰਾਸ਼ਤਾ ਵਿੱਚ ਰਹਿੰਦੇ ਸਨ ਕਿ ਲੋਕ ਸਾਡਾ ਮਜ਼ਾਕ ਦਾ ਪਾਤਰ ਬਣਾਉਂਦੇ ਹਨ। ਕਹਿੰਦੇ ਪਰ ਪਰਮੇਸ਼ਰ ਨੇ ਨਵਾਜ਼ਿਸ਼ ਕੀਤੀ, ਜਿਸ ਕੁੱਲ ਦੀ ਹਾਸੀ ਬਣਦੀ ਸੀ ਉਸ ਕੁੱਲ ਦੇ ਵਿੱਚ ਭਗਤ ਕਬੀਰ ਮੈਨੂੰ ਪੈਦਾ ਕਰਕੇ
ਭਗਤੀ ਦਾ ਕਰਮ ਦੇ ਕੇ ਬੰਦਗੀ ਦੀ ਉੱਚਤਾ ਪਟਾ ਕੇ ਤੇ ਸਾਰੀ ਕਾਸ਼ੀ ਦੇ ਵਿੱਚ ਜੈ ਜੈਕਾਰ ਕਰਵਾ ਦਿੱਤੀ। ਕਹਿੰਦੇ ਬਲਹਾਰੀ ਸਜਾਤ ਕਉ ਜਿਹ ਜਪਿਓ ਸਿਰਜਨਹਾਰ, ਕਿ ਮੈਂ ਇਸ ਜਾਤੀ ਤੋਂ ਬਲਹਾਰ ਜਾਨਾ। ਮੈਨੂੰ ਇਹਦੇ ਬਾਰੇ ਜਿਹੜੀ ਘ੍ਰਿਣਾ ਕੀਤੀ ਜਾਂਦੀ, ਜਿਹੜਾ ਤਿਰਸਕਾਰ ਕੀਤਾ ਜਾਂਦਾ, ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਤਾਂ ਇਸ ਕਰਕੇ ਮੈਂ ਬਲਹਾਰ ਜਾਨਾ ਕਿ ਇਹ ਨਿਮਨ ਕੁੱਲ ਵਿੱਚ ਪੈਦਾ ਹੋਇਆ, ਉਸ ਕੁੱਲ ਦਾ ਕੋਈ ਅਰਥ ਨਹੀਂ, ਪਰ ਮੇਰੇ ਅੰਦਰ ਜਿਹੜਾ ਬੰਦਗੀ ਦਾ ਕਰਮ ਪੈਦਾ ਹੋਇਆ ਤੇ ਉਹਦੇ ਕਰਕੇ ਮੈਨੂੰ ਇੰਨੀ ਵੱਡੀ ਉੱਚਤਾ ਵਡਿਆਈ ਮਿਲੀ, ਰੱਬੀ ਵਡਿਆਈ। ਕਹਿੰਦੇ ਉਹਦੇ ਕਰਕੇ ਜੇ ਜਪਿਓ ਸਿਰਜਨਹਾਰ, ਉਸ ਸਿਰਜਨਹਾਰ ਦੀ ਇਸ ਮੈਂ ਮਿਹਰ ਤੋਂ ਕੁਰਬਾਨ ਜਾਨਾ। ਹੁਣ ਉਸ ਸਮੇਂ ਦੇ ਵਿੱਚ ਇੱਕ ਤਾਂ ਇਹ ਭਾਵ ਹੋ ਗਿਆ ਕਿ ਉਹਨਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਸਨ ਤਾਂ ਲੋਕ ਮਜ਼ਾਕ ਉਡਾਉਂਦੇ ਸਨ। ਇਹ ਕਿਸ ਕਰਕੇ ਵੀ ਉਡਾਉਂਦੇ ਸਨ ਕਿ ਸ਼ੂਦਰ ਕੁੱਲ ਦਾ ਹੈ, ਇਹਨੇ ਮਾਲਾ ਕਿਉਂ ਪਕੜ ਲਈ, ਇਹ ਧਰਮ ਗ੍ਰੰਥ ਕਿਉਂ ਪਕੜ ਲਿਆ, ਕਿਉਂਕਿ ਸ਼ੂਦਰਾਂ ਬਾਰੇ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਕਰਮ ਬਸ ਲੋਕਾਂ ਦੀ ਸੇਵਾ ਕਰਨਾ ਹੈ, ਬੰਦਗੀ ਕਰਨਾ, ਧਰਮ ਗ੍ਰੰਥ ਪੜ੍ਹਨੇ, ਗਿਆਨ ਦੀ ਵਿਚਾਰ ਕਰਨੀ, ਇਹਨਾਂ ਦਾ ਕਰਮ ਨਹੀਂ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਅੰਦਰ ਚਾਅ ਪ੍ਰਗਟਿਆ, ਉਹ ਮੰਦਿਰ ਵਿੱਚ ਚਲੇ ਗਏ ਕਿ ਚਲੋ ਪਰਮੇਸ਼ਰ ਦੀ ਕੀਰਤੀ ਗਾਇਨ ਕਰਦੇ ਹਾਂ, ਪਰ ਉੱਥੇ ਜਾਤ ਅਭਿਮਾਨੀ ਲੋਕਾਂ ਨੇ ਪਹਿਲਾਂ ਮਜ਼ਾਕ ਉਡਾਇਆ ਤੇ ਜਦੋਂ ਦੇਖਿਆ ਕਿ ਮਜ਼ਾਕ ਦੇ ਬਾਵਜੂਦ ਵੀ ਨਹੀਂ ਮੰਦਿਰ ਛੱਡ ਕੇ ਜਾ ਰਹੇ, ਤਾਂ ਫਿਰ ਬਾਣੀ 'ਚ ਵਾਕ ਪੜ੍ਹਦੇ ਹਾਂ, ਸੂਦ ਸੂਦ ਕਰ ਮਾਰ ਉਠਾਇਆ ਕਹਾਂ ਕਰੋ ਬਾਪ ਬੀਠਲਾ। ਜਾਂ ਇਸ ਤਰ੍ਹਾਂ ਦੀ ਵੀ ਹਾਲਤ ਉਸ ਸਮੇਂ ਦੇ ਵਿੱਚ ਸੀ ਕਿ ਜਿਹੜੇ ਨਿਮਨ ਕੁੱਲ ਦਾ ਕੋਈ ਬੰਦਾ ਕਿਤੇ ਬੰਦਗੀ ਕਰਨ ਲੱਗ ਪੈਂਦਾ ਸੀ ਤਾਂ ਉੱਚੀ ਕੁੱਲ ਵਾਲੇ ਪਕੜ ਕੇ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸਨ। ਜਗਜੀਤ ਸਿੰਘ ਦੀ ਕਿਤਾਬ ਹੈ ਸਿੱਖ ਇਨਕਲਾਬ, ਉਹਦੇ ਵਿੱਚ ਉਸ ਸਮੇਂ 14ਵੀਂ 15ਵੀਂ ਸਮਾਜ ਦੇ ਵਿੱਚ ਜਾਤੀਗਤ ਵਿਵਸਥਾ ਕਿਵੇਂ ਦੀ ਸੀ, ਜੇ ਆਪ ਜੀ ਪੜ੍ਹੋ ਤਾਂ ਬੜਾ ਵੱਡਾ ਉਹਦੇ ਵਿੱਚ ਵਿਸਥਾਰ ਪਿਆ ਹੋਇਆ। ਤਾਂ ਇਸੇ ਪ੍ਰਕਾਰ ਕਹਿੰਦੇ ਸਭ ਕੋ ਹੱਸਣੇ ਹਾਰ, ਕਿ ਬ੍ਰਾਹਮਣ ਲੋਕ ਹੱਸਦੇ ਸਨ ਕਿ ਸ਼ੂਦਰ ਅਗਰ ਬੰਦਗੀ ਕਰਨ ਲੱਗ ਪਿਆ, ਕਿਉਂਕਿ ਇਹਦੀ ਕੁੱਲ ਨਹੀਂ ਉੱਚੀ ਤੇ ਪਰਮੇਸ਼ਰ ਜਿਹੜਾ ਇੰਨਾ ਉੱਚਾ ਉਹਦੇ ਤੱਕ ਕਿਵੇਂ ਪਹੁੰਚ ਜਾਏਗਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਲਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨ ਹਾਰ, ਮੈਂ ਇਸ ਜਾਤ ਤੋਂ, ਇਸ ਜਾਤ ਦਾ ਭਾਵ ਕਿ ਇਸ ਮਨੁੱਖਾ ਅਵਸਰ ਤੋਂ ਬਲਹਾਰ ਜਾਨਾ ਹਾਂ ਜਿਹਦੇ ਵਿੱਚ ਪੈਦਾ ਹੋ ਕੇ ਮੈਨੂੰ ਇਹ ਸੂਝ ਮਿਲੀ ਤੇ ਉਹਦੇ ਵਿੱਚ ਬੰਦਗੀ ਦਾ ਕਰਮ ਕਰਕੇ ਮੈਂ ਉਸ ਸਿਰਜਨਹਾਰ ਦੇ ਤੱਕ ਪਹੁੰਚਿਆ। ਇਸ ਕਰਕੇ ਦੂਜਾ ਸ਼ਲੋਕ ਜੇ ਅਸੀਂ ਜਾਤੀਗਤ ਨੁਕਤੇ ਤੋਂ ਦੇਖੀਏ ਜਾਂ ਭਗਤ ਕਬੀਰ ਸਾਹਿਬ ਜੀ ਦੇ ਭਾਵ ਸਮਝੀਏ ਕਿ ਕਦੇ ਵੀ ਜਾਤੀਗਤ ਅਭਿਮਾਨ ਤੇ ਜਾਤੀਗਤ ਘ੍ਰਿਣਾ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਅਸਲ 'ਚ ਸਾਡੇ ਕਰਮ ਉਦੋਂ ਹੀ ਸ਼ਵੱਛ ਉੱਜਲ ਹੁੰਦੇ ਹਨ ਜਦੋਂ ਅਸੀਂ ਭਗਤੀ ਦਾ ਕਰਮ ਕਰਦੇ ਹਨ। ਇਸੇ ਕਰਕੇ ਗੁਰਬਾਣੀ ਦੇ ਵਿੱਚ ਵਾਕ ਆਉਂਦੇ ਨੇ, ਜੇਹਾ ਕਰਮ ਕਮਾਏ ਤੇਹਾ ਹੋਏ ਸੀ। ਹੋ ਸਕਦਾ ਉਂਝ ਸੰਸਾਰਿਕ ਤੌਰ 'ਤੇ ਉੱਚੀ ਕੁੱਲ ਵਿੱਚ ਜਨਮ ਹੋ ਗਿਆ ਪਰ ਕਰਮ ਨੀਵੇਂ ਰਹਿਣ, ਅਤੇ ਇਹ ਵੀ ਸੰਭਵ ਹੈ ਕਿ ਇੱਕ ਨਿਮਨ ਕੁੱਲ ਦੇ ਵਿੱਚ ਜਨਮ ਹੋ ਗਿਆ ਪਰ ਬੰਦਗੀ ਕਰਕੇ ਉੱਚੇ ਮੁਕਾਮਾਤ ਤੱਕ ਪਹੁੰਚ ਗਏ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਲਹਾਰੀ ਸਜਾਤ ਕਉ ਜਿਹ ਜਪਿਓ ਸਿਰਜਨਹਾਰ, ਮੈਂ ਉਸ ਸਾਧਨਾ ਤੇ ਪਰਮੇਸ਼ਰ ਦੇ ਉਸ ਰੂਪ 'ਤੇ ਬਲਹਾਰ ਜਾਨਾ ਹਾਂ ਜਿਹਦੇ ਵਿੱਚ ਸਿਰਜਣਹਾਰ ਨੂੰ ਸਿਮਰਨ ਦੀ, ਉਹਦਾ ਜ਼ਿਕਰ ਕਰਨ ਦੀ ਅਤੇ ਉਹਦਾ ਜ਼ਾਹਰਾ ਜ਼ਹੂਰ ਪ੍ਰਤੱਖ ਅਭਿਆਸ ਕਰਨ ਦਾ ਕਹਿੰਦੇ ਮੇਰਾ ਕਰਮ ਬਣ ਗਿਆ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅੱਜ ਦੇ 2 ਸ਼ਲੋਕਾਂ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਉੱਤਮ ਮਾਲਾ ਧਾਰਨ ਕਰਨੀ ਉਹ ਹੈ ਜਦੋਂ ਸਾਡੀ ਰਸਨਾ ਸਵਾਸ ਗਿਰਾਸ ਵਿਆਪਕ ਪਰਮੇਸ਼ਰ ਦੇ ਜ਼ਿਕਰ ਦਾ, ਸਿਮਰਨ ਦਾ ਆਹਾਰ ਰੱਖੇ। ਅਤੇ ਇਸੇ ਪ੍ਰਕਾਰ ਕੁੱਲ ਕੋਈ ਵੀ ਹੋਵੇ, ਪਰਮੇਸ਼ਰ ਕੁੱਲਾ ਨਹੀਂ ਵਿਚਾਰਦਾ, ਇਹ ਤਾਂ ਸੰਸਾਰ ਨੇ ਬਣਾਈਆਂ ਨੇ, ਉਹਦੀ ਕੁੱਲ ਇੱਕੋ ਕੀ ਹੈ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਇਸ ਕਰਕੇ ਯਤਨ ਕਰਨਾ ਕਿ ਜਿੰਨਾ ਚਿਰ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰਦੇ ਹੋ ਇਕਾਗਰ ਰੂਪ ਦੇ ਵਿੱਚ ਕਰਨਾ, ਤਾਂ ਉਹਨਾਂ ਦੀ ਬਾਕੀ ਬਾਣੀ ਦੇ ਨਾਲ ਵੀ ਸਾਂਝ ਪਾ ਕੇ ਰੱਖਣੀ। ਭਗਤ ਕਬੀਰ ਸਾਹਿਬ ਜੀ ਦੇ ਆਪਣੇ ਹੀ ਵਾਕ ਨੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕੁੱਲ ਇੱਕੋ ਹੀ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਕੁੱਲ ਇੱਕ ਹੈ, ਇਹ ਵੱਖਰੀ ਗੱਲ ਹੈ, ਤੁਸੀਂ ਉਸ ਕੁੱਲਾਂ ਦੇ ਊਚ ਨੀਚ ਵਿੱਚ ਪਏ ਹੋ, ਤੁਸੀਂ ਇਹਨਾਂ ਗੱਲਾਂ ਨੂੰ ਹੰਡਾਈ ਜਾਓ। ਮੈਂ ਕੁੱਲ ਜਾਤੀ ਪਾਤੀ ਦੀ ਅਭਿਮਾਨਤਾ ਉੱਚਤਾ ਘ੍ਰਿਣਤਾ ਤੋਂ ਮੁਕਤ ਹੋ ਗਿਆ ਹਾਂ ਅਤੇ ਮੈਂ ਆਪਣੀ ਉੱਚਤਾ ਨੂੰ ਇਸ ਰੂਪ ਦੇ ਵਿੱਚ ਸਮਝਦਾ ਹਾਂ ਕਿ ਮੇਰਾ ਸਿਰਜਣਹਾਰ ਦੇ ਨਾਲ ਨਾਤਾ ਹੈ, ਮੈਂ ਸਿਰਜਣਹਾਰ ਦੇ ਵਿੱਚ ਅਭੇਦ ਹਾਂ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ। ਭਗਤ ਸਾਹਿਬਾਨ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।